कि जिंदगी च हिम्मत हौसला कितना ਜ਼ਰੂਰੀ ਹੈ। ਮੈਨੂੰ ਕਈ ਵਾਰੀ ਇਸ ਤਰ੍ਹਾਂ ਸੋਚਦਾ ਹੁੰਨਾ ਵੀ ਅਸੀਂ 21ਵੀਂ ਸਦੀ ਵਿੱਚ ਹੈਗੇ ਹਾਂ। ਜੇ ਦੁਨੀਆ ਭਰ ਦੇ ਵਿੱਚ ਦੇਖੀਏ ਤਾਂ ਅਸੀਂ ਬਹੁਤ ਜ਼ਿਆਦਾ ਜਿਹੜਾ ਹੈਗਾ ਸਾਡੇ ਕੋਲ ਅਚੀਵਮੈਂਟਸ ਹੈਗੀਆਂ। ਡਾਇਬੀਟੀਜ਼ ਦਾ ਪਤਾ ਲੱਗਾ, ਉਸ ਤੋਂ ਬਾਅਦ ਤੁਹਾਡਾ ਆਪਣਾ ਸਟਰਗਲ ਚੱਲਦਾ ਰਿਹਾ, ਤੁਸੀਂ ਇਨਸੂਲਿਨ ਲਗਾਉਂਦੇ ਰਹੇ। ਮੈਂ ਕਈ ਵਾਰੀ ਸੋਚਦਾ ਚਲੋ ਵੀ ਉਹ ਹੋਏਗਾ ਨਾ ਜੇ ਮੈਂ ਪਲਸਤਰ ਨਾਲ ਚਲਾਉਂਦਾ ਤਾਂ ਉਹ ਟੇਢੀ ਮੇਢੀ ਪੱਕੀ ਜੁੜ ਜਾਣੀ ਸੀ। ਕਿਉਂਕਿ ਅੱਜ ਕਿਵੇਂ ਮਹਿਸੂਸ ਹੁੰਦਾ ਕਿ ਉਦੋਂ ਜੇ ਉਹ ਤੁਹਾਡੀ ਗੱਲ ਮੰਨ ਲੈਂਦੇ ਉਹ ਇੰਨੇ ਜ਼ਿਆਦਾ ਬਣ ਜਾਂਦੇ ਆ ਜੇ ਤੁਸੀਂ ਮਤਲਬ ਕਿ ਇਨ ਫਿਊਚਰ 'ਚ 30 ਸਾਲ ਦੇ ਬਾਅਦ ਕੋਸ਼ਿਸ਼ ਹੋਈ ਵੀ ਹੁਣ ਮੋਟਾ ਹੈਗਾ ਤੇ ਮੈਂ ਕੋਈ ਜਿਮ ਜੂਮ ਜੁਆਇਨ ਕਰ ਲਾਂ। ਹਾਂਜੀ, ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਆ। ਮੈਂ ਹਾਂ ਨਵਜੋਤ ਕੌਰ ਸਿੱਧੂ। ਅੱਜ ਦੀ ਕਹਾਣੀ ਜੁੜੀ ਹੋਈ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ। ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਦੇ ਨਾਲ। ਖਾਸ ਕੀ ਹੈ? ਖਾਸ ਇਹ ਹੈ ਕਿ ਅਸੀਂ ਗੱਲ ਕਰ ਲੱਗੇ ਹਾਂ ਦੀਪਤੀ ਜੀ ਦੇ ਜੀਵਨ ਦੇ ਉਸ ਪੜਾਅ ਦੀ ਜਦੋਂ ਉਮਰ 21 ਸਾਲ ਹੁੰਦੀ ਹੈ, ਭਰ ਜਵਾਨੀ ਦਾ ਉਹ ਸਮਾਂ ਜਦੋਂ ਕਿ ਹਰ ਬੱਚਾ, ਹਰ ਨੌਜਵਾਨ ਆਪਣੀ ਅੱਲੜ ਉਮਰ ਦੇ ਵਿੱਚ ਨਵੇਂ ਸੁਪਨੇ ਬੁਣਦਾ, ਆਪਣੇ ਭਵਿੱਖ ਨੂੰ ਲੈ ਕੇ, ਆਪਣੀ ਵਧੀਆ ਪੜ੍ਹਾਈ ਨੂੰ ਲੈ ਕੇ, ਤੇ ਉਸ ਤੋਂ ਬਾਅਦ ਉਸਨੇ ਜ਼ਿੰਦਗੀ 'ਚ ਕੀ ਕਰਨਾ ਉਸ ਚੀਜ਼ ਨੂੰ ਲੈ ਕੇ। ਡਾਕਟਰ ਸਾਹਿਬ ਦੇ ਜ਼ਿੰਦਗੀ ਦੇ ਵਿੱਚ ਇੱਕ ਮੋੜ ਆਉਂਦਾ ਜਦੋਂ 21 ਸਾਲ ਦੀ ਇੱਕ ਉਮਰ ਦੇ ਵਿੱਚ ਉਹਨਾਂ ਨੂੰ ਹਾਈ ਡਾਇਬੀਟੀਜ਼ ਡਿਟੈਕਟ ਹੁੰਦੀ ਹੈ। ਸ਼ੂਗਰ ਦੀ ਬਿਮਾਰੀ ਨੂੰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਪੀੜਿਤ ਹੋ ਜਾਂਦੇ ਨੇ। ਇੰਨੀ ਜ਼ਿਆਦਾ ਬਿਮਾਰੀ ਸੀਰੀਅਸ ਹੋ ਜਾਂਦੀ ਹੈ ਕਿ ਉਹਨਾਂ ਦੀ ਇੱਕ ਲੱਤ ਕੱਟਣੀ ਪੈ ਜਾਂਦੀ ਹੈ। ਪਰ ਜ਼ਿੰਦਗੀ ਇੱਥੇ ਨਹੀਂ ਰੁਕਦੀ। ਜ਼ਿੰਦਗੀ ਵਿੱਚ ਹੌਸਲੇ ਦਾ ਪੱਲਾ ਡਾਕਟਰ ਸਾਹਿਬ ਫੜ ਕੇ ਰੱਖਦੇ ਨੇ। MBBS ਕਰਦੇ ਨੇ। ਉਸ ਤੋਂ ਬਾਅਦ 2 ਮਾਸਟਰ ਡਿਗਰੀਆਂ ਸੋਸ਼ੀਓਲੋਜੀ ਤੇ ਸਾਈਕੋਲੋਜੀ ਦੇ ਵਿੱਚ ਉਹ ਪ੍ਰਾਪਤ ਕਰਦੇ ਨੇ। ਜ਼ਿੰਦਗੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀ ਜੀਵਨ ਸਾਥਣ ਵੀ ਇੱਦਾਂ ਦੀ ਹੋ ਨਿਬੜਦੀ ਹੈ ਜਿਹੜੀ ਕਿ ਇਸ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ। ਕਿਉਂਕਿ ਜਦੋਂ ਉਹ MBBS ਕਰ ਰਹੇ ਹੁੰਦੇ ਨੇ ਤੇ ਡਾਕਟਰਸ ਦੇ ਵੱਲੋਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਜਿਹੜੀ ਉਮਰ ਹੈ ਸਿਰਫ 10 ਕੁ ਸਾਲ ਹੀ ਤੁਹਾਡੇ ਕੋਲ ਹੈਗੇ ਨੇ। ਪਰ ਉਹ 10 ਸਾਲਾਂ ਨੂੰ ਕਿਵੇਂ ਉਹਨਾਂ ਨੇ ਹੁਣ ਤੱਕ 70 ਸਾਲ ਦੇ ਨੇੜੇ ਆਪਣੇ ਜ਼ਿੰਦਗੀ ਦੇ ਇਸ ਪੜਾਅ ਦੇ ਉੱਤੇ ਲੈ ਕੇ ਆਂਦਾ, ਕਿਵੇਂ ਉਹਨਾਂ 10 ਸਾਲਾਂ ਨੂੰ ਮਲਟੀਪਲਾਈ ਕੀਤਾ ਆਪਣੇ ਹੌਸਲੇ ਦੇ ਨਾਲ, ਦਲੇਰੀ ਦੇ ਨਾਲ, ਸਕਾਰਾਤਮਕ ਸੋਚ ਦੇ ਨਾਲ, ਤੇ ਕੁਝ ਇੱਦਾਂ ਦਾ ਇਹੋ ਜਿਹੇ ਲੋਕਾਂ ਲਈ ਵੀ ਕਰ ਰਹੇ ਨੇ ਕਿਤਾਬਾਂ ਦੇ ਜ਼ਰੀਏ, ਆਪਣੀਆਂ ਲਿਖਤਾਂ ਦੇ ਜ਼ਰੀਏ ਕਿ ਕੋਈ ਵੀ ਬਿਮਾਰੀ ਸਾਨੂੰ ਜ਼ਿੰਦਗੀ ਦੇ ਵਿੱਚ ਅਗਰ ਸਾਨੂੰ ਘੇਰ ਲੈਂਦੀ ਹੈ ਤਾਂ ਉਹਨੇ ਬਿਮਾਰੀ ਦੇ ਨਾਲ ਨਜਿੱਠਣਾ ਕਿਵੇਂ ਹੈ। ਦਵਾਈਆਂ ਇੱਕ ਐਸਪੈਕਟ ਹੈ, ਪਰ ਉਸ ਤੋਂ ਬਿਨਾਂ ਅਸੀਂ ਕਿਵੇਂ ਪੋਜ਼ੀਟਿਵ ਰਹਿ ਕੇ ਉਹਦੇ ਨਾਲ ਲੜ ਸਕਦੇ ਹਾਂ। ਸੋ ਇੱਕ ਹੌਸਲੇ ਦੀ ਕਹਾਣੀ ਹਾਂਜੀ ਪੰਜਾਬ ਦੇ ਇਸ ਚੈਨਲ ਦੇ ਮੰਚ 'ਤੇ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਮਿਲਵਾਉਂਦੇ ਹਾਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਦੇ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਪਹਿਲਾਂ ਤਾਂ ਤੁਹਾਡੇ ਹੌਸਲੇ ਨੂੰ, ਦਲੇਰੀ ਨੂੰ ਅਸੀਂ ਇਸ ਮੰਚ ਤੋਂ ਸਾਡੇ ਦਰਸ਼ਕਾਂ ਦੇ ਵੱਲੋਂ ਡਾਕਟਰ ਸਾਹਿਬ ਸਲਾਮ ਕਰਦੇ ਹਾਂ। ਇੱਦਾਂ ਦੀ ਇੱਕ ਕਹਾਣੀ ਜਦੋਂ ਸਾਡੇ ਕੰਨੀ ਪੈਂਦੀ ਹੈ ਤੇ ਫਿਰ ਰਿਹਾ ਨਹੀਂ ਜਾਂਦਾ ਕਿ ਦਿਲ ਕਰਦਾ ਕਿ ਚੀਜ਼ਾਂ ਸਾਡੇ ਦਰਸ਼ਕਾਂ ਤੱਕ ਇਹ ਗੱਲਾਂ ਜ਼ਰੂਰ ਪਹੁੰਚਣ ਕਿ ਜ਼ਿੰਦਗੀ 'ਚ ਹਿੰਮਤ, ਹੌਸਲਾ ਕਿੰਨਾ ਜ਼ਰੂਰੀ ਹੈ ਤੇ ਇਹ ਸਫ਼ਰ ਕਿਵੇਂ ਸ਼ੁਰੂ ਹੁੰਦਾ ਹੈ। ਇਹ ਬਹੁਤ ਵਧੀਆ ਗੱਲ ਹੈ ਜੀ ਜਿਹੜਾ ਤੁਸੀਂ ਇਹ ਹੌਸਲਾ ਵਧਾਓ ਚੈਨਲ ਸ਼ੁਰੂ ਕੀਤਾ ਹੋਇਆ ਹਾਂਜੀ ਪੰਜਾਬੀ। ਤੇ ਮੈਂ ਦੇਖਦਾ ਰਿਹਾ ਅਕਸਰ ਤੁਸੀਂ ਇਸ ਦੇ ਵਿੱਚ ਜਿਹੜੇ ਲੋਕਾਂ ਨੂੰ ਮਤਲਬ ਕਿ ਇੰਟਰਵਿਊ ਕਰਦੇ ਹੋ, ਕਿਉਂਕਿ ਅੱਜ ਇਸ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਜੇ ਮੈਂ ਕਹਾਂ ਕਿ ਅੱਜ ਸਮਾਜ ਦੇ ਵਿੱਚ ਸਭ ਤੋਂ ਵੱਧ ਜੋ ਹੈ ਉਹ ਉਦਾਸੀ ਸਭ ਤੋਂ ਵੱਧ ਹੈਗੀ ਹੈ। ਕਿਉਂਕਿ ਮੈਂ ਮੈਡੀਕਲ ਦਾ ਵੀ ਹੈਗਾ, ਇਸ ਕਰਕੇ ਮੈਂ ਸਾਨੂੰ ਕਹਿ ਸਕਦਾ ਕਿ ਦੁਨੀਆ ਵਿੱਚ ਅੱਜ ਸਭ ਤੋਂ ਨੰਬਰ 1 ਤੇ ਜਿਹੜੀ ਬਿਮਾਰੀ ਹੈ ਜਿਹਨੂੰ ਡਿਪਰੈਸ਼ਨ ਕਹਿੰਦੇ ਆ, ਸਭ ਤੋਂ ਵੱਧ। ਕਿਸੇ ਵਕਤ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਸੀਗੀਆਂ, ਪਰ ਹੁਣ ਅਸੀਂ ਦਿਲ ਦੀਆਂ ਬਿਮਾਰੀਆਂ ਵਿੱਚ ਸਟੰਟ ਵਗੈਰਾ ਉਹ ਕੁਛ ਜਿਹੜੇ ਨੇ ਉਹ ਆ ਗਏ ਨੇ, ਤੇ ਪਰ ਫਿਰ ਵੀ ਉਹ ਦੂਜੇ ਨੰਬਰ 'ਤੇ ਹੋ ਗਈ ਹੈ ਤੇ ਅੱਜ ਪਹਿਲੇ ਨੰਬਰ 'ਤੇ ਉਦਾਸੀ ਹੈ। ਮੈਨੂੰ ਕਈ ਵਾਰੀ ਇਸ ਤਰ੍ਹਾਂ ਸੋਚਦਾ ਹੁੰਨਾ ਵੀ ਅਸੀਂ 21ਵੀਂ ਸਦੀ ਵਿੱਚ ਹੈਗੇ ਹਾਂ। ਜੇ ਦੁਨੀਆ ਭਰ ਦੇ ਵਿੱਚ ਦੇਖੀਏ ਤਾਂ ਅਸੀਂ ਬਹੁਤ ਜ਼ਿਆਦਾ ਜਿਹੜਾ ਹੈਗਾ ਸਾਡੇ ਕੋਲ ਅਚੀਵਮੈਂਟਸ ਹੈਗੀਆਂ ਨੇ, ਬਹੁਤ ਜ਼ਿਆਦਾ ਪ੍ਰਾਪਤੀਆਂ ਨੇ। ਚੰਨ 'ਤੇ ਪਹੁੰਚਣ ਦੀ ਗੱਲ ਕਰਦੇ ਹਾਂ, ਹੋਰ ਮਤਲਬ ਕਿ ਗ੍ਰਹਿਾਂ 'ਤੇ ਪਹੁੰਚਣ ਦੀ ਗੱਲ ਕਰਦੇ ਹਾਂ। ਜੇ ਆਪਾਂ ਜ਼ਮੀਨ 'ਤੇ ਬੈਠੇ ਵੀ ਗੱਲ ਕਰੀਏ, ਸਾਡੇ ਕੋਲ ਇੰਟਰਨੈੱਟ ਹੈ, ਕਿਤੇ ਹਜ਼ਾਰਾਂ ਮੀਲ ਦੂਰ ਬੈਠੇ ਅਸੀਂ ਆਪਸ ਦੇ ਵਿੱਚ ਗੱਲ ਕਰ ਸਕਦੇ ਹਾਂ, ਇੱਕ ਦੂਜੇ ਨੂੰ ਦੇਖ ਸਕਦੇ ਹੈਗੇ ਹਾਂ। ਇੰਨੀਆਂ ਪ੍ਰਾਪਤੀਆਂ ਨੇ। ਇੱਕ ਪਾਸੇ ਪ੍ਰਾਪਤੀਆਂ ਨੇ, ਦੂਜਾ ਹੈਗਾ ਕਿ ਵਿਸ਼ਵ ਜਿਹੜਾ ਹੈਗਾ ਉਦਾਸੀ ਦੇ ਵਿੱਚ ਗ੍ਰਸਤ ਹੋ ਰਿਹਾ ਹੈਗਾ। ਤਾਂ ਇਹ ਦੋਵੇਂ ਆਪਸ ਵਿੱਚ ਮੈਚ ਨਹੀਂ ਕਰਦੇ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਡੀ ਸਮਝ ਦੇ ਵਿੱਚ ਘਾਟ ਹੈਗੀ ਹੈ ਵੀ ਅਸੀਂ ਕਿਹਨੂੰ ਪ੍ਰਾਪਤੀਆਂ ਕਹਿੰਦੇ ਪਏ ਹਾਂ ਅਤੇ ਉਸ ਪ੍ਰਾਪਤੀਆਂ 'ਚ ਹਾਸਲ ਕੀ ਕਰ ਰਹੇ ਹਾਂ, ਉਦਾਸੀ। ਹਿੰਦੁਸਤਾਨ ਦੇ ਵਿੱਚ ਇਹ ਦੂਜੇ ਨੰਬਰ 'ਤੇ ਹੈ ਫਿਲਹਾਲ, ਕਿਉਂਕਿ ਸਾਡਾ ਚਲੋ ਸੱਭਿਆਚਾਰ ਹੋਰ ਤਰ੍ਹਾਂ ਦਾ ਹੈਗਾ, ਸਾਡਾ ਇੱਕ ਰਹਿਣਾ ਬਹਿਣਾ ਥੋੜ੍ਹਾ ਜਿਹਾ ਹੈਗਾ, ਇਹ ਇਸ ਕਰਕੇ ਹੈਗਾ ਕਿ ਥੋੜ੍ਹੇ ਹਜੇ ਪਰਿਵਾਰ ਬਚੇ ਹੋਏ ਨੇ, ਇਸ ਕਰਕੇ। ਪਰ ਇਹ ਵੀ ਹੁਣ ਉਸੇ ਪਾਸੇ ਉਸੇ ਰਫਤਾਰ ਨਾਲ ਵੱਧ ਰਹੀ ਹੈਗੀ ਹੈ, ਉਦਾਸੀ ਦੀ ਗੱਲ ਹੈਗੀ ਹੈ। ਜਿਹੜੀ ਗੱਲ ਤੁਸੀਂ ਕੀਤੀ ਮਤਲਬ ਕਿ ਡਾਇਬਟੀਜ਼ ਦੀ 21 ਸਾਲ ਦੀ, ਉਦੋਂ ਮੈਂ MBBS ਪੜ੍ਹਦਾ ਸੀਗਾ। ਇਹ MBBS ਦੇ ਸਿਲੇਬਸ ਦੇ ਵਿੱਚ ਬਿਮਾਰੀਆਂ ਸਾਰੀਆਂ ਹੀ ਪੜ੍ਹਨੀਆਂ ਸੀਗੀਆਂ, ਪਰ ਜਦੋਂ ਮੈਨੂੰ ਹੋਈ ਉਦੋਂ ਇਹ ਮੈਂ ਹਜੇ ਪੜ੍ਹੀ ਨਹੀਂ ਸੀਗੀ। ਹਜੇ ਉਹ ਅਗਲੇ ਸਾਲ ਫਾਈਨਲ ਦੇ ਵਿੱਚ, ਜਦੋਂ ਫਾਈਨਲ ਦੇ ਵਿੱਚ ਮੈਡੀਸਨ ਪੜ੍ਹੀ ਦੀ ਹੈ, ਸਰਜਰੀ ਪੜ੍ਹੀ ਦੀ ਹੈ, ਇਹ ਮੈਡੀਸਨ ਦੀ ਕਿਤਾਬ ਦੇ ਵਿੱਚ ਇਹਦਾ ਜ਼ਿਕਰ ਸੀਗਾ। ਡਾਇਬਟੀਜ਼ ਤਾਂ ਮੈਨੂੰ ਮਤਲਬ ਕਿ ਜਿਵੇਂ ਕਹਿੰਦੇ ਐਕਸੀਡੈਂਟਲੀ ਹੋ ਗਈ, ਬਿਮਾਰ ਹੋਇਆ, ਬੁਖਾਰ ਚੜ੍ਹਿਆ ਤੇ ਡਾਕਟਰ ਨੇ ਕਿਹਾ ਕਿ ਆਪਣੇ ਤੂੰ ਆਹ ਟੈਸਟ ਕਰਾ ਕੇ ਆ, ਅਤੇ ਜੋ ਟੈਸਟ ਕਰਾਇਆ ਤਾਂ ਉਹਦੇ ਵਿੱਚ ਸ਼ੂਗਰ ਨਿਕਲੀ। ਤੇ ਡਾਕਟਰ ਨੇ ਜਦੋਂ ਮੈਨੂੰ ਦੇਖਿਆ, ਤੇ ਨੈਚੁਰਲੀ ਉਹ ਮੇਰਾ ਅਧਿਆਪਕ ਵੀ ਸੀਗਾ,
ਤੇ ਉਹਨੇ ਮਤਲਬ ਕਿ ਮੈਨੂੰ ਦੇਖਿਆ ਤੇ ਉਹਦੇ ਚਿਹਰੇ ਤੇ ਸਗੋਂ ਮਤਲਬ ਕਿ ਚਿੰਤਾ ਵੱਧ ਸੀਗੀ ਮੇਰੇ ਨਾਲੋਂ, ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਕੀ ਹੈਗਾ। ਮੈਂ ਤਾਂ ਸੋਚਿਆ ਵੀ ਚਲੋ ਇੱਕ ਬਿਮਾਰੀ ਪਤਾ ਲੱਗ ਗਈ ਹੈਗੀ ਬਿਮਾਰੀ, ਹੁਣ ਦਾ ਇਲਾਜ ਹੋਊਗਾ, ਠੀਕ ਹੋ ਜਾਵਾਂਗੇ। ਜਿਵੇਂ ਆਮ ਤੌਰ ਤੇ ਜੋ ਅਸੀਂ ਪੜ੍ਹ ਵੀ ਰਹੇ ਸੀਗੇ, ਮੈਂ ਮਤਲਬ ਕਿ ਮੈਡੀਕਲ ਕਾਲਜ ਦੇ ਵਿੱਚ ਪਟਿਆਲੇ ਹੁੰਦਾ ਸੀਗਾ। ਫਿਰ ਉਹਨਾਂ ਨੇ ਮੈਨੂੰ ਮਤਲਬ ਕਿ ਨਾ ਦੇਖ ਕੇ ਤੇ ਮੈਨੂੰ ਦਵਾਈ ਸ਼ੁਰੂ ਕਰਤੀ ਤੇ ਮੈਂ ਦਵਾਈ ਲੈਣ ਲੱਗ ਪਿਆ, ਪਰ ਉਹਦਾ ਅਸਰ ਨਹੀਂ ਹੋਇਆ। ਉਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਮੈਂ ਅਗਲੇ ਸਾਲ ਪੜ੍ਹਿਆ ਕਿ 2 ਤਰ੍ਹਾਂ ਦੀ ਡਾਇਬਟੀਜ਼ ਹੁੰਦੀ ਹੈ। ਇੱਕ ਜਿਹੜੀ ਜਵਾਨੀ 'ਚ ਹੁੰਦੀ ਹੈ, ਜਿਹੜੀ ਮੈਨੂੰ ਹੋਈ ਸੀਗੀ, ਅਸੀਂ ਉਹਨੂੰ ਜੂਵੀਨਾਈਲ ਡਾਇਬਟੀਜ਼ ਕਹਿੰਦੇ ਹਾਂ। ਇੱਕ ਹੁੰਦੀ ਹੈ ਮੈਚਿਓਰਿਟੀ ਔਨਸੈਟ, ਜਿਹੜੀ 40-45 ਸਾਲ ਤੋਂ ਬਾਅਦ ਹੁੰਦੀ ਹੈ। ਤੇ ਦੋਹਾਂ ਦੀ ਇਲਾਜ ਦੇ ਵਿੱਚ ਫਰਕ ਹੈਗਾ। ਮੈਨੂੰ ਇਨਸੂਲਿਨ ਸ਼ੁਰੂ ਕਰਨੀ ਚਾਹੀਦੀ ਸੀਗੀ ਡਾਕਟਰ ਸਾਹਿਬ ਨੇ, ਉਹ ਹੁਣ ਪ੍ਰੋਫੈਸਰ ਸੀਗੇ, ਉਹਨਾਂ ਨੇ ਇਨਸੂਲਿਨ ਸ਼ੁਰੂ ਕਿਉਂ ਨਹੀਂ ਕੀਤੀ? ਮੈਂ ਅੱਜ ਸਮਝਦਾ ਕਿ ਉਹ ਵੀ ਜਿਹੜੀ ਉਹਨਾਂ ਦੀ ਚਿੰਤਾ ਸੀਗੀ ਕਿ ਮੈਂ ਹੋਸਟਲ 'ਚ ਰਹਿਣਾ, ਇਨਸੂਲਿਨ ਲਗਾਵਾਂਗਾ ਕਿਵੇਂ, ਇੰਜੈਕਸ਼ਨ ਲਗਾਉਣਾ ਪਊਗਾ ਸਵੇਰੇ ਸ਼ਾਮ। ਚਲੋ ਜੇ ਲਗਾ ਵੀ ਲਊਂਗਾ ਤਾਂ ਇਨਸੂਲਿਨ ਲਗਾਉਣ ਦੇ ਜਿਹੜੇ ਆਪਣੇ ਨੁਕਸਾਨ ਨੇ, ਕਹਿ ਲਓ ਵੀ ਇੱਕ ਤਰ੍ਹਾਂ ਦਾ ਹੈਗਾ ਵੀ ਤੁਹਾਨੂੰ ਇੱਕ ਬੜੀ ਥੋੜ੍ਹੀ ਸੁਚੇਤ ਰਹਿਣਾ ਪੈਂਦਾ। ਜੇ ਉਹਦੀ ਇੱਕ ਦਾ ਮਤਲਬ ਕਿ ਯੂਨਿਟ ਵੀ ਵੱਧ ਲੱਗ ਗਿਆ ਤਾਂ ਤੁਹਾਨੂੰ ਹਾਈਪੋਗਲਾਈਸੀਮੀਆ ਹੋ ਸਕਦਾ। ਇੱਕਦਮ ਸ਼ੂਗਰ ਡਾਊਨ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਉਹ ਐਮਰਜੈਂਸੀ ਬਣ ਜਾਂਦੀ ਹੈ। ਤੇ ਜੇ ਐਮਰਜੈਂਸੀ ਬਣ ਜਾਂਦੀ ਹੈ, ਰਾਤ ਨੂੰ ਹੋਸਟਲ ਦੇ ਵਿੱਚ ਇਕੱਲਾ ਮੈਂ ਆਪਣੇ ਕਮਰੇ 'ਚ ਪਿਆ ਹੋਇਆ ਹਾਂ ਤੇ ਮੈਂ ਕਿਸੇ ਨੂੰ ਆਵਾਜ਼ ਵੀ ਮਾਰ ਸਕਦਾ। ਮੈਂ ਉਹ ਬਾਅਦ ਦੇ ਵਿੱਚ ਜਦੋਂ ਇਨਸੂਲਿਨ ਲਗਾਉਣੀ ਸ਼ੁਰੂ ਕੀਤੀ, ਉਹ ਕਈ ਵਾਰੀ ਮੈਂ ਉਹਨੂੰ ਐਕਸਪੀਰੀਅੰਸ ਕੀਤਾ ਵੀ ਹੁਣ ਤਾਂ ਚਲੋ ਸਾਈਡ 'ਤੇ ਘਰੇ ਮਤਲਬ ਕਿ ਮਿਸਿਜ ਬੈਠੇ ਹੁੰਦੇ ਆ, ਪਏ ਹੁੰਦੇ ਆ, ਤਾਂ ਉਹਨਾਂ ਨੂੰ ਤੁਸੀਂ ਆਵਾਜ਼ ਮਾਰ ਸਕਦੇ ਹੋ ਵੀ ਮੈਨੂੰ ਮਿੱਠਾ ਚਾਹੀਦਾ ਕੁਛ ਵਗੈਰਾ। ਯਾਨੀ ਕਹਿਣ ਦਾ ਮਤਲਬ ਉਦੋਂ ਮਤਲਬ ਕਿ ਉਹਨਾਂ ਨੇ ਦਵਾਈ ਸ਼ੁਰੂ ਜੋ ਕੀਤੀ, ਪਰ ਉਹਨਾਂ ਦੀ ਚਿੰਤਾ ਸੀਗੀ ਵੀ ਉਹਨਾਂ ਨੇ ਮਤਲਬ ਕਿ ਉਸ ਹਿਸਾਬ ਨਾਲ ਮੈਨੂੰ, ਪਰ ਇਹ ਕਿਉਂਕਿ ਇਹ ਗੱਲ ਇਹ ਵੀ ਸੀਗੀ ਵੀ ਇਹ ਬਿਮਾਰੀ ਜਿਹੜੀ ਹੈਗੀ ਆ ਵੀ ਜੇ ਹਜੇ 2-4 ਸਾਲ ਵਿੱਚ ਕੰਟਰੋਲ ਨਹੀਂ ਵੀ ਹੁੰਦੀ ਜਾਂ ਥੋੜ੍ਹੀ ਜਿਹੀ ਠੀਕ ਰਹਿੰਦੀ ਹੈ, ਇੱਕ ਉਸ ਪੱਧਰ 'ਤੇ ਰਹਿੰਦੀ ਹੈ, ਤਾਂ ਉਹਨਾਂ ਨਾਲ ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਣ ਲੱਗਿਆ। ਉਹੀ ਗੱਲ ਹੋਈ ਕਿ ਮੈਂ MBBS ਕਰ ਲਈ। MBBS ਕਰਨ ਤੋਂ ਬਾਅਦ ਜਦੋਂ ਮੈਂ ਟ੍ਰੇਨਿੰਗ ਕਰਦਾ ਸੀਗਾ ਤੇ ਉਦੋਂ ਮਤਲਬ ਕਿ ਮੈਨੂੰ ਕਿਸੇ ਨੇ ਕਿਹਾ ਕਿ ਵੀ ਤੁਸੀਂ ਗਲਤ ਦਵਾਈ ਲੈ ਰਹੇ ਹੋ, ਕੋਈ ਹੋਰ ਬੰਦੇ ਨੇ, ਵੀ ਤੁਸੀਂ ਇਨਸੂਲਿਨ ਲਿਆ ਕਰੋ। ਤੇ ਉਹ ਫਿਰ ਮੈਂ ਸ਼ੁਰੂਆਤ ਕੀਤੀ ਬਾਅਦ ਦੇ ਵਿੱਚ। ਹੁਣ ਮੈਂ ਅੱਜ ਤੱਕ ਉਦੋਂ ਤੋਂ ਲੈ ਕੇ ਹੁਣ ਤੱਕ ਇਨਸੂਲਿਨ ਲੈ ਕੇ ਆ ਰਿਹਾ। ਇਨਸੂਲਿਨ ਡਾਕਟਰ ਸਾਹਿਬ ਤੁਸੀਂ ਕਿਹੜੇ ਸਾਲ ਦੇ ਵਿੱਚ ਲਾਉਣੀ ਸ਼ੁਰੂ ਕਰ ਦਿੱਤੀ? 2 ਸਾਲ ਬਾਅਦ ਦੱਸਿਆ ਵੀ ਮੈਂ ਉਦੋਂ ਫਾਈਨਲ ਵਿੱਚ ਸੀਗਾ ਤੇ 2 ਸਾਲ ਬਾਅਦ ਇੰਟਰਨਸ਼ਿਪ ਮੈਂ ਮਤਲਬ 76 'ਚ ਹੋਈ ਹੈ ਤੇ ਮੈਂ ਇਹ 79 ਦੇ ਵਿੱਚ ਜਦੋਂ ਇੰਟਰਨਸ਼ਿਪ ਕਰਦਾ ਸੀਗਾ ਤਾਂ ਉੱਥੇ ਇੰਟਰਨਸ਼ਿਪ ਜਿਸ ਦੇ ਡਾਕਟਰ ਦੇ ਅੰਡਰ ਕਰ ਰਿਹਾ ਸੀਗਾ ਤੇ ਉਹਨੂੰ ਜਦੋਂ ਮੈਂ ਮਤਲਬ ਕਿ ਗੱਲ ਜਿਵੇਂ ਚਾਹ 'ਚੋਂ ਫਿੱਕੀ ਪੀਣੀ ਤਾਂ ਉਹਨੇ ਪੁੱਛਣਾ ਕੀ ਗੱਲ ਹੋ ਗਈ ਡਾਕਟਰ ਸਾਹਿਬ, ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਕੋਈ ਡਾਕਟਰ ਸੀਗਾ ਤੇ ਮੈਂ ਕਿਹਾ ਵੀ ਮੈਨੂੰ ਮਤਲਬ ਕੀ ਹੈਗੀ ਹੈ, ਤੇ ਉਹਨੇ ਕਿਹਾ ਫਿਰ ਤੁਸੀਂ ਕੀ ਲੈਂਦੇ ਹੋ, ਤੇ ਮੈਂ ਉਹਨੂੰ ਦੱਸਿਆ ਵੀ ਆਹ ਦਵਾਈ ਲੈਣਾ। ਕਹਿੰਦਾ ਇਹ ਤੁਸੀਂ ਗਲਤ ਲੈ ਰਹੇ ਹੋ, ਤੁਸੀਂ ਇਨਸੂਲਿਨ ਲਗਾਓ। ਤੇ ਉਹ ਇਨਸੂਲਿਨ ਫਿਰ ਮੈਂ ਸ਼ੁਰੂ ਕੀਤੀ ਤੇ ਉਹਨੂੰ ਥੋੜ੍ਹੀ ਜਿਹੀ ਮੇਰੀ ਸਟਰਕਚਰ ਵੀ ਬਹੁਤ ਜ਼ਿਆਦਾ ਪਤਲਾ ਹੋ ਗਿਆ ਸੀਗਾ ਮੈਂ ਸ਼ੂਗਰ ਦੇ ਕਾਰਨ, ਤੇ ਇੰਨਾ ਜ਼ਿਆਦਾ weight loss ਹੋ ਗਿਆ ਸੀਗਾ। ਫਿਰ ਜਦੋਂ ਮੈਂ ਇਨਸੂਲਿਨ ਸ਼ੁਰੂ ਕੀਤੀ ਤੇ ਫਿਰ ਮੈਨੂੰ ਜਾ ਕੇ ਥੋੜ੍ਹਾ ਜਿਹਾ ਮੈਂ ਫਿਰ ਨਾਰਮਲ ਵਾਪਸ ਆਇਆ ਉਸ ਤੋਂ ਬਾਅਦ। ਤੇ ਉਹ ਦਿਨ ਤੇ ਅੱਜ ਦਾ ਦਿਨ ਮਤਲਬ ਕਿ ਮੈਂ ਦਿਨ ਦੇ ਵਿੱਚ ਕਦੇ 2 ਇੰਜੈਕਸ਼ਨ, ਕਦੇ 3, ਜਿਵੇਂ ਨਵੀਂ ਮਤਲਬ ਕਿ ਵਰਾਇਟੀ ਆਫ ਇਨਸੂਲਿਨ ਆ ਰਹੀ ਹੈਗੀ ਹੈ, ਮੈਂ ਉਹਨੂੰ ਲਗਾਉਂਦਾ ਸਵੇਰੇ ਤੋਂ ਲੈ ਕੇ ਸ਼ਾਮ ਤੱਕ। ਮੈਂ ਹੁਣ ਅੱਜ ਕੱਲ੍ਹ 4 ਇੰਜੈਕਸ਼ਨ ਡੇਲੀ ਲਗਾਉਂਦਾ ਮਤਲਬ ਕਿ, ਪਰ ਉਹ ਲਗਾਉਣ ਦੇ ਬਾਵਜੂਦ ਵੀ ਮੈਂ ਕਦੇ ਇੰਜੈਕਸ਼ਨ ਲਗਾਉਂਦੇ ਹੋਏ ਮਤਲਬ ਕਦੇ ਮੈਂ ਨਹੀਂ ਸੋਚਿਆ ਕਿ ਮੈਂ ਇੰਜੈਕਸ਼ਨ ਕਿਉਂ ਲਗਾ ਰਿਹਾ, ਜਾਂ ਮੈਂ ਕਦੇ ਦਿਮਾਗ 'ਚ ਨਹੀਂ ਆਇਆ ਕਿ ਮੈਂ ਕਿਤੇ ਫਸਿਆ ਹੋਇਆ ਹੈਗਾ। ਸਹੀ ਮੈਨੇ ਦੱਸਾਂ ਤਾਂ ਮੈਂ ਸ਼ੂਗਰ ਨੂੰ ਆਪਣੇ ਦਿਮਾਗ ਦੇ ਵਿੱਚ ਰਜਿਸਟਰਡ ਹੀ ਨਹੀਂ ਕੀਤਾ ਹੋਇਆ। ਜਿਹੜੀ ਗੱਲ ਤੁਸੀਂ ਕੀਤੀ 10 ਸਾਲ ਵਾਲੀ, ਉਹ ਮੈਂ ਆਪ ਪੜ੍ਹੀ ਜਦੋਂ MBBS ਦੇ ਵਿੱਚ ਫਾਈਨਲ ਦੇ ਜਦੋਂ ਪੇਪਰ ਦੇਣੇ ਸੀਗੇ, ਉਦੋਂ ਡਾਇਬਟੀਜ਼ ਦਾ ਚੈਪਟਰ ਸੀਗਾ। ਉਹਦੇ 'ਚ ਇੱਕ ਵਰਡ ਹੁੰਦਾ ਪ੍ਰੋਗਨੋਸਿਸ ਦਾ ਮਤਲਬ ਹੁੰਦਾ ਵੀ ਇਸ ਬਿਮਾਰੀ ਦਾ ਹਾਲਤ ਅਲਟੀਮੇਟਲੀ ਅੰਤ ਕੀ ਹੈਗਾ। ਤਾਂ ਆਪਾਂ ਜਿਵੇਂ ਖਾਸ ਤੌਰ 'ਤੇ ਅਸੀਂ ਆਪ ਪੁੱਛਦੇ ਹਾਂ, ਜਿਵੇਂ ਖਾਸ ਤੌਰ 'ਤੇ ਜਿਹੜੇ ਕੈਂਸਰ ਦੇ ਮਰੀਜ਼ ਹੈ, ਤਾਂ ਆਪਾਂ ਜਦੋਂ ਕੈਂਸਰ ਹੁੰਦਾ ਤਾਂ ਅਸੀਂ ਪੁੱਛਦੇ ਹਾਂ ਵੀ ਡਾਕਟਰ ਸਾਹਿਬ ਇਹਦੀ ਕਿੰਨੀ ਕੁ ਉਮਰ ਹੈਗੀ ਹੈ। ਤਾਂ ਉਹ ਮਤਲਬ ਇਹ ਹੈਗਾ ਵੀ ਇੱਕ ਪ੍ਰੋਗਨੋਸਿਸ ਉਹਦੇ ਲਿਖਿਆ ਸੀਗਾ 3 ਤੋਂ 20 ਸਾਲ। ਅੱਛਾ, ਵੀ ਘੱਟੋ ਘੱਟ 3 ਸਾਲ ਅਤੇ ਵੱਧ ਤੋਂ ਵੱਧ 20 ਸਾਲ। ਤੇ ਉਹ ਚਲੋ ਮਤਲਬ ਕਿ 3 ਸਾਲ ਦਾ ਮਤਲਬ ਕਿ ਮੇਰੇ ਦਿਮਾਗ 'ਚ 20 ਸਾਲ ਕਿਤੇ ਅਟਕ ਗਏ, ਮਤਲਬ ਕਿ ਕਹਿਣ ਦਾ ਮਤਲਬ ਮੈਂ ਗੱਲ ਕਰਾਂ ਜਦੋਂ ਮੈਨੂੰ 20 ਸਾਲ ਹੋ ਗਏ ਤਾਂ ਫਿਰ ਮੈਂ ਦੇਖਿਆ ਕਿ ਮੈਨੂੰ ਕੁਝ ਨਹੀਂ ਹੋਇਆ, ਕਿਉਂਕਿ ਮੈਂ ਪੜ੍ਹਿਆ ਸੀ ਵੀ ਡਾਇਬਟੀਜ਼ ਜਿਹੜੀ ਇਹੋ ਜਿਹੀ ਬਿਮਾਰੀ ਹੈ ਜਿਹੜਾ ਸਰੀਰ ਦੇ ਹਰੇਕ ਅੰਗ ਦੇ ਉੱਤੇ ਪ੍ਰਭਾਵ ਪਾਉਂਦੀ ਹੈਗੀ ਹੈ, ਅੱਖਾਂ ਤੋਂ ਲੈ ਕੇ ਪੈਰਾਂ ਤੱਕ। ਤੇ ਪਰ ਮੈਂ ਬਿਲਕੁਲ ਠੀਕ ਠਾਕ ਸੀਗਾ ਤੇ ਬਿਲਕੁਲ ਮੈਨੂੰ ਕੋਈ ਵੀ ਕਹਿ ਲਓ ਵੀ ਕੰਪਲੀਕੇਸ਼ਨ ਜਿਹੜੀ ਸੀਗੀ ਡਾਇਬਟੀਜ਼ ਦੀ ਨਹੀਂ ਹੋਈ ਸੀਗੀ। ਫਿਰ ਮੈਂ ਥੋੜ੍ਹਾ ਵਿਚਾਰਨ ਲੱਗਿਆ ਵੀ ਮੈਂ 20 ਸਾਲ ਵਧੀਆ ਕਿਵੇਂ ਕੱਟ ਲਏ ਆਪਣੇ ਆਪ ਨਾਲ। ਫਿਰ ਮੈਂ ਸੋਚਿਆ ਇਹਨਾਂ ਦਿਨਾਂ ਦੇ ਵਿੱਚ ਕੁਦਰਤੀ ਜਿਵੇਂ ਕੋਇਨਸੀਡੈਂਸ ਹੁੰਦਾ ਹੈਗਾ ਵੀ ਮੇਰੇ ਕੋਲ ਇੱਕ ਕਿਤਾਬ ਆਈ ਸੀਗੀ ਵੀ 10 ਮਤਲਬ ਕਿ ਬੂਸਟ ਕਰਨ ਵਾਲੇ ਸਿਸਟਮ, ਆਪਣੀ ਬੋਡੀ ਨੂੰ ਬੂਸਟ ਕਰਨ ਵਾਲੇ ਸਿਸਟਮ। ਮੈਂ ਉਹ 10 ਬੂਸਟ ਉਹ ਕਿਤਾਬ ਪੜ੍ਹੀ ਵੀ ਸੀ ਵੀ ਉਹ ਕਿਹੜੇ ਨੇ। ਉਹਦੇ ਸੀਗਾ ਖੁਰਾਕ, ਐਕਸਰਸਾਈਜ਼, ਲੋਕਾਂ ਨੂੰ ਮਿਲਣਾ, ਪਿਆਰ ਆਪਸ ਦੇ ਵਿੱਚ, ਇਸ ਤਰ੍ਹਾਂ ਦਾ ਵੀ ਇਹ 10 ਸੀਗੇ। ਤੇ ਇਹ ਦੱਸੇ ਸੀਗੇ ਨਾਲੇ ਇੱਕ ਅਖੀਰ ਤੇ ਉਹਦਾ ਚੈਪਟਰ ਸੀਗਾ ਵੀ ਦੱਸੇ ਹੋਣੇ ਚਾਹੀਦੇ ਵੀ ਇਕੱਲੀ ਖੁਰਾਕ ਸਾਡੀ ਸਿਹਤ ਨਹੀਂ ਬਣਾ ਸਕਦੀ, ਇਕੱਲੀ ਐਕਸਰਸਾਈਜ਼ ਨਹੀਂ ਠੀਕ ਕਰ ਸਕਦੀ, ਸੋਸ਼ਲ ਰਿਲੇਸ਼ਨ ਵੀ ਚਾਹੀਦੇ ਨੇ, ਪਿਆਰ ਵੀ ਚਾਹੀਦਾ ਹੈ ਪਰਿਵਾਰ ਦੇ ਵਿੱਚ, ਨਸ਼ੇ ਤੋਂ ਦੂਰੀ ਵੀ ਚਾਹੀਦੀ ਹੈ। ਇਹ ਸਾਰੇ ਇਕੱਠੇ ਰਲ ਕੇ ਕੰਮ ਕਰਦੇ ਆ। ਫਿਰ ਮੈਂ ਆਪਣੇ ਝਾਤੀ ਮਾਰੀ ਕਿ ਵੀ ਮੈਂ ਮਤਲਬ ਕਿ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਨੇ ਕੰਮ ਕੀਤਾ ਹੋਵੇ। ਉਹ 'ਚ ਚਲੋ ਖੁਰਾਕ ਬਾਰੇ
ਠੀਕ ਆ, ਪਰ ਬਹੁਤਾ ਉਸ ਤਰ੍ਹਾਂ ਸੁਚੇਤਤਾ ਨਹੀਂ ਸੀਗੀ ਜਿੰਨੀ ਕੁ ਮਤਲਬ ਕਿ ਰੱਖਣੀ ਚਾਹੀਦੀ ਸੀ। ਉਹਦੇ ਥੋੜ੍ਹਾ ਲਈਰ ਸੀਗਾ। ਉਹਦਾ ਵੀ ਕਾਰਨ ਸੀਗਾ ਕਿ ਮੈਂ ਮਤਲਬ ਕਿ MBBS ਕਰਨ ਤੋਂ ਬਾਅਦ ਸਾਹਿਤ ਮੇਰੇ ਜ਼ਿੰਦਗੀ 'ਚ ਆਇਆ ਹੋਇਆ ਸੀਗਾ। ਮੈਂ 9ਵੀਂ ਤੋਂ ਹੀ ਆਪਣੀ ਕਵਿਤਾ ਲਿਖਦਾ ਸੀਗਾ। ਅੱਛਾ। ਤੇ ਫਿਰ MBBS ਕਰਦਿਆਂ ਫਿਰ ਮੈਂ ਲਿਖਦਾ ਰਿਹਾ ਮਾੜਾ ਮੋਟਾ ਕਾਪੀ ਦੇ ਵਿੱਚ, ਕਿਉਂਕਿ ਉਹਦਾ ਪੜ੍ਹਾਈ ਦਾ ਥੋੜ੍ਹਾ ਜ਼ੋਰ ਸੀਗਾ। ਪਰ ਜਦੋਂ ਮੈਂ MBBS ਕਰਕੇ ਨਿਕਲਿਆ ਤਾਂ ਫਿਰ ਮਤਲਬ ਕਿ ਮੈਂ ਜਿੱਥੇ ਮੈਂ ਟ੍ਰੇਨਿੰਗ ਕਰਦਾ ਸੀਗਾ ਬਠਿੰਡੇ, ਉੱਥੇ ਮੈਂ ਇੱਕ ਦਿਨ ਅਖਬਾਰ 'ਚ ਪੜ੍ਹਿਆ ਵੀ ਸਾਹਿਤ ਸਭਾ ਦੀ ਮੀਟਿੰਗ ਹੈ। ਮੈਂ ਉੱਥੇ ਚਲਾ ਗਿਆ। ਫਿਰ ਮੈਂ ਸਾਹਿਤ ਸਭਾ ਦੀ ਉੱਥੋਂ ਦੀ ਮੀਟਿੰਗ, ਫਿਰ ਮੈਂ ਪਟਿਆਲੇ ਵਾਪਸ ਆਇਆ, ਉੱਥੋਂ ਦੀ ਸਾਹਿਤ ਸਭਾ ਦੇ ਨਾਲ ਜੁੜਿਆ। ਫਿਰ ਅਸੀਂ ਰਲ ਕੇ 3 ਦੋਸਤਾਂ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਤੇ ਉਹ ਫਿਰ ਇਸ ਤਰ੍ਹਾਂ ਮਤਲਬ ਕਿ ਲੇਖਕਾਂ ਦੇ ਨਾਲ ਤੇ ਇੱਧਰ ਉੱਧਰ ਹੋਰਾਂ ਲੋਕਾਂ ਦੇ ਨਾਲ ਥੋੜ੍ਹਾ ਵਾਹ ਵਾਸਤਾ ਜਿਹਾ ਹੋ ਗਿਆ। ਤਾਂ ਉਹ ਮੈਂ ਕਦੀ ਬੰਦ ਨਹੀਂ ਕੀਤਾ। ਮੈਂ ਜਦੋਂ ਪਿੰਡ ਦੇ ਵਿੱਚ ਸਰਵਿਸ ਕੀਤੀ, ਉਹ ਬਰਨਾਲੇ ਤੋਂ ਕੋਈ 40 ਕਿਲੋਮੀਟਰ ਦੂਰ ਸੀਗਾ ਤੇ ਬਰਨਾਲਾ ਸਾਹਿਬ ਦਾ ਗੜ੍ਹ ਹੈਗਾ, ਰਾਮ ਸਰੂਪ ਪਣਖੀ ਵਗੈਰਾ, ਇਹ ਸਾਰੇ ਮਤਲਬ ਕਿ ਉੱਥੇ ਜਦੋਂ ਸਾਹਿਤ ਸਭਾ ਦੀ ਮੀਟਿੰਗ ਹੋਣੀ ਮੈਨੂੰ ਪਤਾ ਚੱਲਣਾ ਤੇ ਮੈਂ ਉੱਥੇ ਚੱਲ ਜਾਣਾ। ਯਾਨੀ ਕਿ ਕਹਿਣ ਦਾ ਮਤਲਬ ਇਹ ਜਿਹੜਾ ਸੀਗਾ, ਇਹ ਬਾਅਦ ਵਿੱਚ ਆਪਣੇ ਫਿਰ ਸੋਚਿਆ ਕਿ ਮਨ ਦੇ ਵਿੱਚ ਵੀ ਲੋਕਾਂ ਦੇ ਨਾਲ ਜੁੜਨਾ, ਸਾਹਿਤ ਨਾਲ ਜੁੜਨਾ ਤੇ ਆਪ ਲਿਖਣਾ ਤੇ ਮਤਲਬ ਕਿ ਇਹ ਸੀਗਾ। ਤੇ ਦੂਜਾ ਗੱਲ ਹੈ ਵੀ ਮੈਂ ਸੋਚਿਆ ਕਿ ਮੈਂ ਕਦੇ ਇਸ ਨੂੰ ਕਿਸੇ ਨੂੰ ਦੱਸਿਆ ਨਹੀਂ, ਕਿਸੇ ਤੋਂ ਕੋਈ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਸੀਗਾ ਵੀ ਅੱਛਾ ਤੇ ਡਾਇਬਟੀਜ਼ ਹੋਈ ਹੈ ਇਹ ਕਿਵੇਂ ਹੋ ਗਿਆ। ਤੇ ਮਤਲਬ ਕਿ ਮੈਂ ਕਿਸੇ ਤੋਂ ਸਿੰਪਥੀ ਨਹੀਂ ਸੀ ਮਤਲਬ ਕਿ ਦਿਮਾਗ ਦੇ 'ਚ। ਇਸ ਕਰਕੇ ਮੈਂ ਕਿਸੇ ਨੂੰ ਜੇ ਕੋਈ ਪੁੱਛਦਾ ਸੀਗਾ ਤਾਂ ਵੈਸੇ ਤਾਂ ਮੇਰੇ ਕੋਲ ਪੁੱਛਦੇ ਘੱਟ ਸੀ ਵੀ ਡਾਕਟਰ ਹੈਗਾ, ਇਹਨੂੰ ਜ਼ਿਆਦਾ ਪਤਾ ਹੋਣਾ, ਆਪ ਉਹ ਪੁੱਛ ਕੇ ਕੀ ਕਰਨਾ ਹੈਗਾ। ਫਿਰ ਵੀ ਜੇ ਕਿਸੇ ਨੂੰ ਪਤਾ ਲੱਗ ਜਾਣਾ ਤਾਂ ਫਿਰ ਅੱਗੋਂ ਸਵਾਲ ਨਹੀਂ ਸੀ ਹੁੰਦਾ ਵੀ ਮੈਂ ਉਹਨੂੰ ਉਹ ਸੋਚਦਾ ਸੀ ਵੀ ਡਾਕਟਰ ਨੂੰ ਕੀ ਸਮਝਾਵਾਂਗੇ ਵੀ ਤੂੰ ਡਾਇਬਟੀਜ਼ ਵਾਸਤੇ ਆ ਲੈ ਲੈ। ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਕੁਝ ਸਾਡੇ ਆਲੇ ਦੁਆਲੇ ਡਾਇਬਟੀਜ਼ ਇੱਕ ਇਹੋ ਜਿਹੀ ਬਿਮਾਰੀ ਹੈ ਵੀ ਹਰੇਕ ਬੰਦੇ ਕੋਲ ਨੁਸਖਾ ਹੈਗਾ, ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ। ਤਾਂ ਇਸ ਤਰ੍ਹਾਂ ਮਤਲਬ ਕਿ ਮੈਂ ਫਿਰ ਸੋਚਿਆ ਤੇ ਫਿਰ ਮੈਂ 4-5 ਸਾਲ ਇਸ ਗੱਲ ਦੇ ਵਿੱਚ ਸੋਚਦੇ ਹੋਏ ਨਿਕਲ ਗਏ। ਤੇ ਫਿਰ ਮੈਂ 25 ਕੁ ਸਾਲ ਜਦੋਂ ਹੋਏ ਨਾ, ਫਿਰ ਵੀ ਮੈਂ ਠੀਕ ਠਾਕ ਸੀ ਤਾਂ ਮੈਂ ਸੋਚਿਆ ਵੀ ਇਹ ਸਾਰੀਆਂ ਗੱਲਾਂ ਮੈਂ ਲਿਖਾਂ ਤੇ ਤਾਂ ਕਿ ਮਤਲਬ ਕਿ ਹੋਏ। ਫਿਰ ਮੈਂ ਮਤਲਬ ਕਿ ਇਹਨੂੰ ਸੋਚਿਆ ਵੀ ਕਿਸ ਫਾਰਮ 'ਚ ਲਿਖਿਆ ਜਾਵੇ। ਮੈਂ ਆਪਣੇ ਨੋਟਸ ਜੇ ਲੈ ਕੇ ਰੱਖ ਲਿਆ ਤੇ ਫਿਰ ਕਾਫੀ ਸਮੇਂ ਬਾਅਦ ਮਤਲਬ ਕਿ ਜਦੋਂ ਮਤਲਬ ਮੈਂ ਇੱਕ ਆਪਣੀ ਆਟੋਬਾਇਓਗ੍ਰਾਫੀ ਲਿਖਣ ਦੀ ਸੋਚੀ ਸੀਗੀ, ਪਰ ਉਹਦੇ ਪੁਆਇੰਟਸ ਲਿਖੇ ਸੀ, ਚੈਪਟਰ ਲਿਖੇ ਹੋਏ ਸੀਗੇ। ਇੱਕ ਵੀ ਮੈਂ ਥੋੜ੍ਹੀ ਮੇਰੀ ਸੋਚ ਜਿਹੜੀ ਹੈਗੀ ਹੈ ਉਹ ਲੈਫਟ ਦੇ ਨਾਲ ਹੈਗੀ ਹੈ ਵੀ ਉਸ ਤਰ੍ਹਾਂ, ਕਿਉਂਕਿ ਮੈਂ ਕਹਿ ਲੱਗੀ ਵੀ ਜੇ ਮੇਰੀ ਜ਼ਿੰਦਗੀ ਵਿੱਚ ਜੇ ਹੈਗਾ ਤਾਂ ਮੈਂ ਅੱਜ ਜੇ ਤੁਸੀਂ ਪੁੱਛੋ ਅੱਜ ਦੀ ਤਰੀਕ ਦੇ ਵਿੱਚ ਬਈ 70 ਸਾਲ ਦੇ ਪਹੁੰਚਣ ਲੱਗਿਆ ਤੇ 2 ਜੇ ਮੈਂ ਨਾਮ ਲੈਣੇ ਹੋਣ ਜਿਨ੍ਹਾਂ ਨੇ ਮਤਲਬ ਕਿ ਮੈਨੂੰ ਮਤਲਬ ਕਿ ਠੀਕ ਠਾਕ ਰੱਖਿਆ ਹੈਗਾ ਤੇ ਜਿਹੜਾ ਮੇਰਾ ਸਾਰਾ ਐਕਸ਼ਨ ਹੈ, ਸਾਰਾ ਕੰਮ ਕਾਜ ਹੈ, ਇੱਕ ਹੈ ਕਾਰਲ ਮਾਰਕਸ ਨੇ ਮੇਰੀ ਮਤਲਬ ਜਿਹੜੀ ਵਿਚਾਰਧਾਰਾ ਨੂੰ ਮਤਲਬ ਕਿ ਜਿਹੜਾ ਦਿੱਤਾ ਵੀ ਤੱਕ ਜੋ ਮੈਂ ਕਹਿੰਦਾ ਕਿ ਜੇ ਮੈਂ ਫਰੀ ਆਫ ਮਾਈਂਡ ਹੈਗਾ, ਜੇ ਮੈਂ ਮਤਲਬ ਕਿ ਵੱਖਰੇ ਤਰੀਕੇ ਨਾਲ ਸੋਚਦਾ ਤਾਂ ਉਹਦੇ 'ਚ ਮਤਲਬ ਕਾਰਲ ਮਾਰਕਸ ਦੀ ਜਿਹੜੀ ਫਿਲਾਸਫੀ ਹੈਗੀ ਹੈ ਉਹ ਮੇਰੇ ਨਾਲ ਹੈਗਾ। ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਹੋਇਆ, ਮੈਂ ਕਿਸੇ ਨਾਲ ਮਤਲਬ ਕਿਸੇ ਦਾ ਕੋਈ ਮੈਂਬਰ ਨਹੀਂ, ਕੋਈ ਕੁਛ ਨਹੀਂ, ਪਰ ਮੇਰੀ ਹਰ ਲਿਖਤ ਦੇ ਵਿੱਚ ਕੋਈ ਲੱਭਣਾ ਚਾਹੇ ਤਾਂ ਉਹਨੂੰ ਤੁਹਾਨੂੰ ਕਾਰਲ ਮਾਰਕਸ ਲੱਭ ਜਾਊਗਾ। ਦੂਜਾ ਜੇ ਮੈਂ ਕਹੂੰਗਾ ਕਿ ਜੇ ਮੈਨੂੰ ਇੱਕ ਜਿਹੜਾ ਸਾਥੀ ਹੈ ਜਿਹੜਾ ਮੇਰੇ ਮਿਸਿਸ ਉਹਨਾਂ ਦਾ ਮਤਲਬ ਯੋਗਦਾਨ ਹੈ। ਉਹ ਇੱਕ ਦੇਖੋ ਵੀ ਮੈਰਿਜ ਦੀ ਕਹਾਣੀ ਵੀ ਮਤਲਬ ਕਿ ਇੱਕ ਆਪਣੇ ਆਪ ਵਿੱਚ ਇੰਟਰਸਟਿੰਗ ਹੈਗੀ ਕਿ ਜਦੋਂ ਮੈਂ ਮਤਲਬ ਕਿ ਨੈਚੁਰਲੀ ਉਸ ਦਿਨਾਂ ਦੇ ਵਿੱਚ MBBS ਕਰ ਲਈ ਅਤੇ ਨੌਕਰੀ ਲੱਗ ਗਈ ਤਾਂ ਘਰਦਿਆਂ ਨੂੰ ਫਿਕਰ ਹੋ ਗਿਆ ਕਿ ਉਹਨਾਂ ਦਾ ਵਿਆਹ ਕਰਨਾ ਹੈਗਾ। ਮੇਰੇ ਫਾਦਰ ਹੈ ਨਹੀਂ ਸੀਗੇ ਤਾਂ ਮੇਰੇ ਇੱਕ ਦੋਸਤ ਹੈਗੇ ਆ, ਉਹਨਾਂ ਦੇ ਫਾਦਰ ਬੜੇ ਮੇਰੇ ਨਾਲ ਪਿਆਰ ਸੀਗਾ ਤੇ ਉਹਨਾਂ ਨੇ ਇੱਕ ਰਿਸ਼ਤਾ ਲਿਆਂਦਾ। ਰਿਸ਼ਤਾ ਲਿਆਂਦਾ ਤੇ ਮਤਲਬ ਕਿ ਮੈਂ ਕਿਹਾ ਵੀ ਉਹਨਾਂ ਨੂੰ ਦੱਸ ਦੇਣਾ ਵੀ ਮੈਨੂੰ ਡਾਇਬਟੀਜ਼ ਹੋਈ ਹੈ। ਉਹ ਕਹਿੰਦੇ ਕਿ ਫਿਰ ਤਾਂ ਕਿਸੇ ਨੇ ਵਿਆਹ ਨਹੀਂ ਕਰਾਉਣਾ। ਮੈਂ ਕਿਹਾ ਵੀ ਫਿਰ ਮੈਂ ਵਿਆਹ ਨਹੀਂ ਕਰਾਉਣਾ, ਮੈਂ ਦੱਸ ਕੇ ਕਰਾਂਗਾ। ਉਹ ਕਹਿੰਦੇ ਕਿ ਵੀ ਆਪਾਂ ਅਜੇ ਨਹੀਂ ਦੱਸਦੇ, ਵਿਆਹ ਕਰਾਵਾਂਗੇ ਫਿਰ ਦੱਸ ਦਾਂਗੇ 6 ਮਹੀਨੇ ਬਾਅਦ। ਮੈਂ ਕਿਹਾ ਨਹੀਂ, ਇਹ ਨਹੀਂ ਹੋ ਸਕਦਾ, ਨਾ ਹੀ ਹੋ ਸਕਦਾ ਤੇ ਨਾ ਹੀ ਮੈਂ ਕਰਨਾ ਹੈਗਾ, ਕਿਉਂਕਿ ਮੈਂ ਇਨਸੂਲਿਨ ਲਗਾਉਣਾ, ਰੋਜ਼ ਇੰਜੈਕਸ਼ਨ ਲਗਾਉਣਾ, ਦਿਨ 'ਚ 2 ਟਾਈਮ ਲਗਾਉਣਾ, ਰੋਟੀ ਖਾਣ ਤੋਂ ਪਹਿਲੇ ਲਗਾਉਣਾ, ਇਹ ਕਿਵੇਂ ਰੁਕ ਸਕਦਾ ਹੈ? ਠੀਕ ਹੈ, ਇਹ ਹੋਗਾ ਐਵੇਂ ਮਤਲਬ ਕਿ ਇੱਕ ਵਾਰੀ ਮੈਨੂੰ ਇੱਕ ਰਿਸ਼ਤਾ ਮਤਲਬ ਕਿ ਫੂਲਚੰਦ ਮਾਨਵ ਹੈਗੇ ਆ, ਉਹ ਉਹਨਾਂ ਨੂੰ ਜਾਣਦੇ ਸੀਗੇ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਹੈੱਡ ਇੰਦਰ ਰਸ ਮਦਾਨ, ਉਹਨਾਂ ਦੀ ਇੱਕ ਬੇਟੀ ਸੀਗੀ। ਉਹਨਾਂ ਨੇ ਗੱਲ-ਗੁੱਲ ਕੀਤੀ ਹੋਣੀ ਹੈ ਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਉੱਥੇ ਬੁਲਾਇਆ ਵੀ ਇੱਥੇ ਸਾਡੀ ਆਪਸ ਵਿੱਚ ਬੈਠੇ ਗੱਲਬਾਤ ਹੁੰਦੀ ਰਹੀ ਤੇ ਬਾਅਦ ਵਿੱਚ ਜਦੋਂ ਮੈਂ ਆ ਗਿਆ ਤਾਂ ਉਹਨਾਂ ਕਿਹਾ ਕਿ ਠੀਕ ਹੈ ਮੈਂ ਸੋਚ ਕੇ ਦੱਸਦਾ। ਮੈਂ ਉਹਨੂੰ ਚਿੱਠੀ ਲਿਖੀ ਵੀ ਤੁਹਾਨੂੰ ਮਾਨਵ ਸਾਹਿਬ ਨੇ ਬਾਕੀ ਸਾਰਾ ਕੁਝ ਦੱਸਤਾ ਨਾ ਕਿ ਮੈਂ ਡਾਕਟਰ ਹੈ, MBBS ਹੈਗਾ, ਲੱਗਿਆ ਹੋਇਆ ਹੈਗਾ, ਨੌਕਰੀ ਲੱਗਿਆ ਹੋਇਆ, ਤੁਹਾਨੂੰ ਸ਼ਾਇਦ ਇਹ ਨਹੀਂ ਦੱਸਿਆ ਕਿ ਮੈਨੂੰ ਮਤਲਬ ਡਾਇਬਟੀਜ਼ ਹੋਈ ਹੈ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ। ਫਿਰ ਉਹਨਾਂ ਦੀ ਚਿੱਠੀ ਆਈ ਵੀ ਤੁਸੀਂ ਮਤਲਬ ਉਹਨੂੰ ਦੱਸਤਾ ਤੇ ਕਿਉਂਕਿ ਕਹਿੰਦਾ ਕਿ ਉਹਨਾਂ ਦਾ ਸੀ ਅੱਗੇ ਕਿ ਮੈਂ ਮਤਲਬ ਕਿ ਕੁੜੀ ਜਿਹੜੀ ਹੈਗੀ ਹੈ ਮੈਂ ਅਡਾਪਟ ਕੀਤੀ ਹੋਈ ਹੈ ਤੇ ਇਸ ਕਰਕੇ ਵੀ ਮੈਂ ਇਕੱਲਾ ਡਿਸੀਜਨ ਨਹੀਂ ਲੈ ਸਕਦਾ ਤੇ ਮੈਂ ਮਤਲਬ ਕਿ ਸੋ ਉਹਨਾਂ ਨੇ ਵੀ ਆਪਣੀ ਗੱਲ ਉਸ ਤਰੀਕੇ ਨਾਲ ਮੇਰੇ ਸਾਹਮਣੇ ਰੱਖਤੀ। ਫਿਰ ਮੈਂ ਸੋਚ ਕੇ ਬੈਠਾ ਸੀਗਾ ਕਿ ਵੀ ਮੈਂ ਹੁਣ ਨਹੀਂ ਕਰਾਉਂਗਾ, ਹੈ ਨਾ। ਠੀਕ ਹੈ ਵੀ ਹੁਣ ਮੈਂ ਇਹ ਦੱਸੇ ਬਗੈਰ ਮਤਲਬ ਕਿ ਤਾਂ ਹੋ ਨਹੀਂ ਸਕਦੀ, ਨਾ ਹੀ ਮੈਂ ਕਰਾਉਣੀ ਹੈਗੀ ਵੀ ਇੱਕ ਜ਼ਿੰਦਗੀ ਦਾ ਪਾਰਟਨਰ ਨਾਲ ਮਤਲਬ ਕਿ ਸਾਰੀ ਉਮਰ ਧੋਖਾ ਤੇ ਉਹ ਤੁਸੀਂ ਬੁਨਿਆਦ ਹੀ ਮਤਲਬ ਕਿ ਹੋਈ ਹੈ। ਕੁਦਰਤੀ ਜਦੋਂ ਮੈਂ ਸਰਵਿਸ ਕਰਦਾ ਸੀਗਾ ਤਾਂ ਜਿਸ ਮਤਲਬ ਕਿ ਆਫਿਸ ਦੇ ਮੈਂ ਜਾਂਦਾ ਸੀਗਾ, ਮੈਂ ਪੇ ਲੈਣ ਜਾਂ ਆਪਣੀਆਂ ਰਿਪੋਰਟਾਂ ਦੇਣ ਮਹੀਨੇ ਦੀਆਂ, ਜਦੋਂ ਮੈਂ ਡਿਸਪੈਂਸਰੀ ਸੀਗਾ ਤਾਂ ਉੱਥੇ ਮਤਲਬ ਕਿ ਜਿਹੜੇ ਮੇਰੇ ਮਿਸਿਸ ਹੁਣ ਹੈਗੇ ਆ ਉਹ ਉੱਥੇ ਕਲੈਰੀਕਲ ਜੋਬ 'ਚ ਸੀਗੇ ਤੇ ਮਤਲਬ ਉਹਨਾਂ ਕੋਲ ਉੱਠਣ ਜਾਣਾ
ਉਹਨਾਂ ਦੇ ਨਾਲ ਵੀ ਥੋੜੀ ਅਟੈਚਮੈਂਟ ਇਹ ਸੀਗੀ ਕਿ ਉਹਨਾਂ ਦੀ ਵੱਡੀ ਸਿਸਟਰ ਜਿਸ ਪਿੰਡ 'ਚ ਮੈਂ ਡਾਕਟਰ ਸੀਗਾ ਉਸ ਪਿੰਡ 'ਚ ਉਹਨਾਂ ਦੀ ਸਿਸਟਰ ਟੀਚਰ ਸੀਗੀ ਤੇ ਇਸ ਕਰਕੇ ਉਹਨਾਂ ਨੇ ਕਿਹਾ ਇੱਕ ਦਿਨ ਵੀ ਆਓ ਘਰੇ ਚੱਲਦੇ ਹੈਗੇ ਤੇ ਮੈਂ ਉਹਨਾਂ ਦੇ ਘਰੇ ਚਲਾ ਗਿਆ, ਚਾਹ ਚੁ ਪੀਤੀ, ਵਾਪਸ ਆ ਗਿਆ। ਤੇ ਉਹ ਫਿਰ ਜਦੋਂ ਉੱਥੇ ਜਾਣਾ ਤਾਂ ਉਹਨਾਂ ਨੂੰ ਬੈਠਣਾ ਉੱਠਣਾ ਸ਼ੁਰੂ ਹੋ ਗਿਆ। ਉਹਨਾਂ ਨੇ ਆਪਣੇ ਮਨ ਦੇ ਜਿਵੇਂ ਉਸ ਉਮਰ ਦੇ ਵਿੱਚ ਥੋੜ੍ਹੇ ਜਿਹੇ ਹਰੇਕ ਕੋਈ ਸੁਪਨੇ ਲੈਂਦਾ ਹੈਗਾ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਸੁਪਨੇ ਹੋਣੇ, ਮੇਰੇ ਵੀ ਮਤਲਬ ਕਿ ਜਿਵੇਂ ਸੀਗਾ ਵੀ ਨੇੜਤਾ ਇਸ ਤਰ੍ਹਾਂ ਦੀ। ਤਾਂ ਇੱਕ ਦਿਨ ਮਤਲਬ ਕਿ ਉਹ ਹੋਇਆ ਕਿ ਵੀ ਇਹ ਬੈਠੇ ਸੀ ਨਾਰਾਜ਼ ਹੋ ਕੇ, ਉਹ ਆਪਣੇ ਉਦਾਸ ਸੀ ਤੇ ਮੈਂ ਕੀ ਹੋਇਆ, ਕਹਿੰਦੇ ਮੇਰੇ ਵਾਸਤੇ ਮੁੰਡਾ ਦੇਖਣ ਗਏ ਕਰਦੇ। ਮੈਂ ਕਿਹਾ ਵਧੀਆ ਗੱਲ ਹੈਗੀ ਹੈ। ਤੇ ਉਹਨੇ ਕਿਹਾ ਕਿ ਮੈਂ ਨਹੀਂ ਕਰਾਉਣਾ, ਮੈਂ ਜੇ ਮਤਲਬ ਕਿ ਹੋ ਗਿਆ ਤਾਂ ਮੈਂ ਮਤਲਬ ਨਾ ਟੋਪੇ ਛਾਲ ਮਾਰ ਦੇਣੀ ਹੈ। ਤੇ ਮੈਂ ਮਤਲਬ ਕਿ ਉਹਨੂੰ ਥੋੜ੍ਹਾ ਜਿਹਾ ਸੀਰੀਅਸ ਵੀ ਫਿਰ ਜਦੋਂ ਗੱਲਬਾਤ ਹੋਈ ਨਾ ਮਤਲਬ ਕਿ ਫਿਰ ਉਹਨਾਂ ਨੇ ਕਿਹਾ ਵੀ ਐਸਾ, ਮੈਂ ਕਿਹਾ ਵੀ ਜੇ ਤੂੰ ਇਹ ਸੋਚਿਆ ਕਿ ਮੇਰੇ ਨਾਲ ਤਾਂ ਮੈਨੂੰ ਡਾਇਬਟੀਜ਼ ਹੋਈ ਹੈ ਤਾਂ ਤੂੰ ਪਤਾ ਕਰ ਲੈ। ਤੇ ਕਹਿੰਦੀ ਮੈਂ ਕੁਝ ਪਤਾ ਨਹੀਂ ਕਰਨਾ। ਫਿਰ ਮੈਂ ਉਹਨੂੰ ਇਹ ਦੱਸਿਆ ਕਿ ਮੈਂ ਛੇਤੀ ਮਰ ਜਾਣਾ। ਉਹਨੇ ਕਿਹਾ ਕਿ ਹੋ ਸਕਦਾ ਕਿ ਮੈਂ ਕੱਲ੍ਹ ਹੀ ਮਰ ਜਾ ਨਾ, ਮਤਲਬ ਕਿ ਇਹ ਸੀਗਾ ਵੀ ਹੁਣ ਵੀ ਇਹ ਮਤਲਬ ਕਿ ਡਿਸੀਜ਼ਨ ਮਤਲਬ ਕਿ ਲੈ ਕੇ ਇਸ ਤਰੀਕੇ ਨਾਲ ਮੇਰੇ ਹੋਇਆ। ਪਰ ਹੁਣ ਤੁਸੀਂ ਦੇਖੋ ਕਿ ਵਿਆਹ ਵੀ ਹੁਣ ਇਸ ਸਾਲ ਮਤਲਬ ਕਿ ਅਕਤੂਬਰ 'ਚ 2 ਮਹੀਨਿਆਂ ਬਾਅਦ ਦੇ ਰਹੇ ਨੇ 39 ਸਾਲ ਹੋ ਜਾਣੇ ਸਾਡੇ ਤੇ 2 ਬੱਚੇ ਹੈਗੇ ਨੇ ਤੇ ਸਾਰਾ ਕੁਛ। ਤਾਂ ਇਹ ਮਤਲਬ ਕਿ ਇੱਕ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਹਨੇ ਜ਼ਿੰਦਗੀ 'ਚ ਮੋੜਾ ਮਤਲਬ ਕਿ ਦਿੱਤਾ ਕਾਰਲ ਮਾਰਕਸ ਨੇ। ਤੇ ਚਲੋ ਸਾਹਿਤ ਨੇ ਵੀ ਮਤਲਬ ਕਿ ਹੈਗਾ ਕਿ ਸਾਹਿਤ ਦਾ ਵੀ ਆਪਣਾ ਇੱਕ ਜ਼ਿੰਦਗੀ 'ਚ ਰੋਲ ਮੈਂ ਸਮਝਦਾ, ਕਿਉਂਕਿ ਮੈਂ ਅੱਜ ਦੀ ਤਰੀਕ ਦੇ ਵਿੱਚ ਮੈਂ ਮੈਡੀਕਲ ਵੀ ਕੀਤੀ ਹੈ ਤੇ ਮੈਂ ਸਾਹਿਤ ਨਾਲ ਵੀ, ਤੇ ਲੋਕੀ ਸਾਹਿਤ ਦੇ ਲੋਕ ਮੈਨੂੰ ਵੱਧ ਜਾਣਦੇ ਹੈ ਜਿੰਨਾ ਮਤਲਬ ਕਿ ਮੈਡੀਕਲ ਦੇ ਵਿੱਚ ਹੈਗੇ ਨੇ। ਤਾਂ ਮੈਂ ਇਹਨਾਂ ਦੋਹਾਂ ਨੂੰ ਵੱਖਰਾ ਵੀ ਨਹੀਂ ਸਮਝਦਾ। ਮੈਂ ਮਤਲਬ ਕਿ ਸਾਹਿਤ ਤੇ ਸਿਹਤ ਇਹ ਦੋਵੇਂ ਆਪਸ ਦੇ ਵਿੱਚ ਮਤਲਬ ਕਿ ਜੁੜੇ ਹੋਏ ਨੇ। ਉਹ ਗੱਲ ਵੱਖਰੀ ਹੈ ਕਿ ਹੁਣ ਜਿਸ ਤਰੀਕੇ ਨਾਲ ਅਸੀਂ ਇਨਸਾਨ ਨੂੰ ਸਮਝਣ ਲੱਗ ਪਏ ਹੈਗੇ ਆ, ਟੋਟਿਆਂ ਦੇ ਵਿੱਚ ਸਮਝਦੇ ਹਾਂ, ਮਤਲਬ ਕਿ ਫਰੈਗਮੈਂਟਿਡ ਅਪਰੋਚ ਮੈਂ ਕਹਿੰਦਾ ਵੀ ਟੁਕੜਿਆਂ ਦੇ ਵਿੱਚ ਸਮਝਦੇ ਹੈਗੇ ਆ ਵੀ ਆਪਾਂ ਇਹਦਾ ਮਨੋਵਿਗਿਆਨਿਕ ਪੱਖ ਸਮਝ ਲਓ, ਇਹਦਾ ਮਤਲਬ ਕਿ ਸਰੀਰਕ ਪੱਖ ਸਮਝ ਲਓ, ਇਹਦਾ ਮਤਲਬ ਕਿ ਸਮਾਜਿਕ ਪੱਖ ਸਮਝ ਲਓ, ਇਹਦਾ ਆਪਸ ਦੇ ਵਿੱਚ ਉੱਠਣ ਬੈਠਣ ਇੱਕ ਪੱਖ ਦੇ ਉੱਤੇ ਮਤਲਬ ਕਿ ਜਿਵੇਂ ਤੁਸੀਂ ਦੱਸਿਆ ਕਿ ਮੈਂ ਮਤਲਬ ਕੁਦਰਤੀ ਮਤਲਬ ਕਿਹਾ ਕਿ ਮੈਂ ਹੁਣ ਸਰੀਰ ਵਿਗਿਆਨ ਦਾ ਤਾਂ ਸੀਗਾ ਹੀ, ਮੈਂ MBBS ਕੀਤੀ ਹੈ। ਸਰੀਰ ਦੇ ਹਾਰਮੋਨਸ ਕਿਵੇਂ ਕੰਮ ਕਰਦੇ ਨੇ, ਸਰੀਰ ਦੀਆਂ ਨਰਵਸ ਕਿਵੇਂ ਕੰਮ ਕਰਦੀਆਂ ਨੇ, ਦਿਲ ਕਿਵੇਂ ਧੜਕਦਾ ਹੈ, ਦਿਮਾਗ ਕਿਵੇਂ ਸੋਚਦਾ ਹੈ, ਇੱਕ ਪਾਰਟਸ ਮਤਲਬ ਕਿ ਜਿਹੜਾ ਮੈਂ ਆਪਣੇ ਕੋਰਸ ਦੇ ਵਿੱਚ ਪੜ੍ਹਿਆ ਸੀਗਾ। ਫਿਰ ਮੈਂ ਸਮਾਜ ਵਿਗਿਆਨ ਪੜ੍ਹਿਆ। ਉਹ ਵੀ ਮਤਲਬ ਕਿ ਕੋਇਨਸੀਡੈਂਸ ਹੋਇਆ ਕਿ ਵੀ ਮੈਂ 10ਵੀਂ ਤੱਕ ਕੀਤੀ ਹੈਗੀ ਹੈ ਪੰਜਾਬੀ, ਮੈਂ ਫਸਟ ਲੈਂਗੁਏਜ ਹਿੰਦੀ ਪੜ੍ਹੀ ਹੈਗੀ ਹੈ। ਤੇ ਜਦੋਂ ਮੈਂ ਮਤਲਬ ਕਿ MBBS ਕਰਕੇ ਹਟਿਆ ਹੀ ਸੀਗਾ ਤਾਂ ਮੈਂ ਸਰਕਾਰੀ ਨੌਕਰੀ ਲੈਣੀ ਸੀ ਤੇ ਮੈਨੂੰ ਕਿਹਾ ਵੀ 10ਵੀਂ ਦੀ ਪੰਜਾਬੀ ਕਰਨੀ ਪਊਗੀ ਤਾਂ ਪੰਜਾਬ ਸਰਕਾਰ 'ਚ ਨੌਕਰੀ ਮਿਲੂਗੀ। ਉਹ ਗੱਲ ਵੱਖਰੀ ਹੈ ਕਿ ਭਾਸ਼ਾ ਭਾਗ ਵੀ ਕਰਵਾਉਂਦਾ ਸੀਗਾ ਤੇ ਸਾਰੇ ਪਾਸ-ਪੂਸ ਹੋ ਜਾਂਦੇ ਸੀਗੇ। ਮੇਰੇ ਦੋਸਤ ਸੀਗੇ ਤੇ ਉਹਨਾਂ ਦੇ ਮੈਂ ਘਰੇ ਬਠਿੰਡੇ ਜਾਂਦਾ ਹੁੰਦਾ ਸੀਗਾ। ਉਹ ਪੜ੍ਹਦੇ ਪਏ ਸੀਗੇ, MA ਪੰਜਾਬੀ ਦੇ ਪੇਪਰ ਦੇ ਰਹੇ ਸੀਗੇ ਤੇ ਉਹ MA ਪੰਜਾਬੀ ਦੇ ਪਾਰਟ 2 ਪੇਪਰ ਦੇ ਰਹੇ ਸੀਗੇ। ਤੇ ਮੈਂ ਪੁੱਛਿਆ ਵੀ ਇਹ MA 'ਚ ਕਿਵੇਂ ਐਡਮਿਸ਼ਨ ਮਿਲਦੀ ਹੈ, ਤੁਸੀਂ ਲਈ ਪਹਿਲਾਂ ਤੁਸੀਂ ਪੰਜਾਬੀ ਪੜ੍ਹੀ? ਉਹ ਕਹਿੰਦੇ ਨਹੀਂ, ਮੈਂ ਤਾਂ ਮਤਲਬ ਕਿ BSc ਕੀਤੀ ਸੀ ਕਿਤੇ ਕਿਸੇ ਵੀ ਸਬਜੈਕਟ 'ਚ 50% ਨੰਬਰ ਹੋਣ ਡਿਗਰੀ ਦੇ ਵਿੱਚ, ਗ੍ਰੈਜੂਏਸ਼ਨ 'ਚ ਤੁਸੀਂ MBBS MA ਕੋਈ ਵੀ ਕਰ ਸਕਦੇ ਹੋ। ਮੇਰਾ ਹੀ ਮਨ ਕੀਤਾ, ਮੈਂ ਦੇਖਿਆ ਉੱਥੇ ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ, ਇਹ ਸਾਰੇ ਹੀ ਉਹਨਾਂ ਕੋਲ ਕਿਤਾਬਾਂ ਪਈਆਂ ਸੀਗੀਆਂ ਤੇ ਮੈਂ ਕਿਹਾ ਵੀ ਇਹ ਪੜ੍ਹ ਕੇ MA ਹੋ ਜਾਂਦੀ ਕਿ ਨਾ? ਹਾਂ। ਮੈਂ ਕਿਹਾ ਫਿਰ ਤਾਂ ਮੈਂ ਇਹ ਕਰ ਸਕਦਾ। ਮੈਂ ਪਹਿਲਾਂ MA ਪੰਜਾਬੀ ਕੀਤੀ। ਅੱਛਾ। ਹਾਂ, MA ਪੰਜਾਬੀ ਕਰ ਲਈ ਤੇ ਉਹ ਪਾਸ ਹੋ ਗਿਆ। ਤੇ ਫਿਰ ਮੈਂ ਉਦੋਂ ਰੂਰਲ ਸਰਵਿਸ ਕਰਦਾ ਸੀਗਾ ਤੇ ਉਦੋਂ ਕੰਮ ਕੋਈ ਹੁੰਦਾ ਨਹੀਂ ਸੀਗਾ, ਮੈਂ ਪਿੰਡ ਦੇ ਵਿੱਚ ਹੀ ਰਹਿੰਦਾ ਸੀਗਾ, ਇਹ ਵੀ ਨਹੀਂ ਕਿ ਸ਼ਹਿਰ ਤੋਂ ਅਪ ਡਾਊਨ ਕਰਦਾ ਸੀਗਾ। ਫਿਰ ਮੈਂ ਉਹ ਜਿਹੜਾ ਮੇਰੇ ਕੋਲ ਪ੍ਰੋਸਪੈਕਟਸ ਪਿਆ ਸੀਗਾ ਪੰਜਾਬੀ ਯੂਨੀਵਰਸਿਟੀ ਦਾ, ਫਿਰ ਮੈਂ ਕਿਹਾ ਵੀ ਹੁਣ ਮੈਂ ਕੀ ਕਰ ਸਕਦਾ। ਫਿਰ ਮੈਂ ਦੇਖਿਆ ਤਾਂ ਉਹਦੇ ਵਿੱਚ ਸਾਈਕੋਲੋਜੀ ਕਰਨ ਦਾ ਮੇਰਾ ਮਨ ਸੀ, ਪਰ ਉਹਦੇ ਸਾਈਕੋਲੋਜੀ ਦਾ ਸਬਜੈਕਟ ਨਹੀਂ ਸੀਗਾ। ਮੈਨੂੰ ਪਤਾ ਲੱਗਿਆ ਵੀ ਸਾਈਕੋਲੋਜੀ ਤਾਂ ਯੂਨੀਵਰਸਿਟੀ 'ਚ ਰਹਿ ਕੇ ਕਰਨੀ ਪੈਂਦੀ ਹੈਗੀ ਕਿਉਂਕਿ ਪ੍ਰੈਕਟੀਕਲ ਸਬਜੈਕਟ ਹੈਗਾ। ਫਿਰ ਸੋਸ਼ੀਓਲੋਜੀ ਮੈਨੂੰ ਉਹਦੇ ਨੇੜੇ ਤੇੜੇ ਲੱਗਿਆ ਵੀ ਮੈਂ ਕਿਹਾ ਵੀ ਚਲੋ ਇਹ ਕਰ ਲੈਂਦੇ ਹਾਂ। ਫਿਰ ਮੈਂ ਉਹ ਭਰਤਾ ਵਾ ਤੇ ਫਿਰ ਮੈਂ ਐਵੇਂ MA ਸੋਸ਼ੀਓਲੋਜੀ ਕਰ ਲਈ। ਉਹ ਸਮਾਜ ਵਿਗਿਆਨ ਮੇਰੇ ਨਾਲ ਮਤਲਬ ਕਿ ਇਸ ਤਰੀਕੇ ਨਾਲ ਮਤਲਬ ਕਿ ਥੋੜ੍ਹਾ ਜਿਹਾ ਹੋ ਗਿਆ ਤੇ ਮੈਂ ਕੁਦਰਤੀ ਸਬਜੈਕਟ ਵੀ ਜਿਹੜਾ ਫਿਰ MD ਵਾਸਤੇ ਚੁਣਿਆ ਉਹ ਵੀ ਸਮਾਜ ਦੇ ਨਾਲ ਜੁੜਿਆ ਹੋਇਆ ਸੀਗਾ। ਉਹਦਾ ਨਾਮ ਕਿਸੇ ਵਕਤ ਸੋਸ਼ਲ ਐਂਡ ਪ੍ਰੀਵੈਂਟਿਵ ਮੈਡੀਸਨ ਹੁੰਦਾ ਸੀ, ਅੱਜ ਕੱਲ੍ਹ ਉਹਦਾ ਨਾਮ ਕਮਿਊਨਿਟੀ ਮੈਡੀਸਨ ਹੈਗਾ। ਮਤਲਬ ਕਮਿਊਨਿਟੀ ਦਾ ਵੀ ਮਤਲਬ ਇਹ ਵੀ ਸਮਾਜ ਦੇ ਵਿੱਚ ਕਿਵੇਂ ਮਤਲਬ ਬਿਮਾਰੀਆਂ ਫੈਲਦੀਆਂ ਨੇ, ਯਾਨੀ ਕਿ ਬਿਮਾਰੀ ਜਿਹੜਾ ਹੈ ਡਾਕਟਰ ਦੇਖਦਾ, ਜਿਹੜਾ ਬੈਠਾ ਹੈ ਕਲੀਨਿਕਲ ਦੇ ਵਿੱਚ ਜਿਹਦੇ ਕੋਲ ਮੈਡੀਸਨ ਵਾਲਾ, ਉਹ ਤੁਹਾਡੀ ਨਬਜ਼ ਦੇਖਦਾ ਹੈ, ਹੋਰ 4-5 ਲੱਛਣ ਪੁੱਛਦਾ ਹੈ ਤੇ ਫਿਰ ਉਹ ਤੁਹਾਡੀ ਬਿਮਾਰੀ ਲੱਭਦਾ ਤੇ ਦਵਾਈ ਦਿੰਦਾ ਹੈ। ਮੇਰਾ ਸਬਜੈਕਟ ਸੀਗਾ ਕਿ ਉਹ ਬਿਮਾਰੀ ਹੁੰਦੀ ਕਿਉਂ ਹੈਗੀ ਹੈ। ਜੇ ਮੈਂ ਤੁਹਾਨੂੰ ਉਦਾਹਰਨ ਦੇਵਾਂ ਕਿ ਇੱਕ ਮਲੇਰੀਆ ਹੈਗਾ, ਉਹ ਇੱਕ ਬੰਦੇ ਨੂੰ ਸਾਲ ਦੇ ਵਿੱਚ ਤਕਰੀਬਨ 2-3 ਵਾਰੀ ਹੁੰਦਾ ਹੈਗਾ। ਅੱਜ ਕੱਲ੍ਹ ਤਾਂ ਚਲੋ ਬਹੁਤ ਤੁਸੀਂ ਕੰਟਰੋਲ ਕਰ ਲਿਆ, ਜਿਸ ਟਾਈਮ 'ਤੇ ਮੈਂ ਪੜ੍ਹਦਾ ਸੀ 3 ਵਾਰੀ ਮਲੇਰੀਆ ਹੁੰਦਾ, ਮਤਲਬ ਕਿ ਇੱਕ ਵਾਰੀ ਹੁੰਦਾ ਗਿਆ, ਦਵਾਈ ਦਿੱਤੀ, ਠੀਕ ਹੋ ਗਿਆ, ਫਿਰ ਉਹ 6 ਹਫ਼ਤਿਆਂ ਬਾਅਦ ਆ ਗਿਆ, ਫਿਰ ਦੁਬਾਰਾ ਹੋ ਗਿਆ। ਕਾਰਨ ਕੀ ਹੈ? ਕਿਉਂਕਿ ਅਸੀਂ ਮਤਲਬ ਕਿ ਉਸ ਦਾ ਅਸਲੀ ਕਾਰਨ ਲੱਭਿਆ ਨਹੀਂ। ਮਲੇਰੀਆ ਹੋ ਰਿਹਾ ਹੈਗਾ ਮੱਛਰ ਰਾਹੀਂ। ਮੱਛਰ ਕਿੱਥੋਂ ਆ ਰਿਹਾ ਹੈਗਾ? ਜਿਹੜਾ ਗੰਦੇ ਪਾਣੀ ਖੜਾ ਹੈਗਾ, ਉਹ ਜਿੱਥੇ ਰਹਿ ਰਿਹਾ ਹੈਗਾ ਉਹਦੇ ਨਾਲ ਹੀ ਮਤਲਬ ਕਿ ਇੱਕ ਟੋਬਾ ਹੈਗਾ ਜਿੱਥੇ ਮਤਲਬ ਕੀ ਹੈਗਾ। ਅਸੀਂ ਇਲਾਜ ਕਿੱਥੇ ਹੋਰ ਕਰਨਾ ਸੀਗਾ ਤੇ ਅਸੀਂ ਕਰੀ ਕਿੱਥੇ ਹੋਰ ਜਾਣਾ। ਬਿਲਕੁਲ ਸਹੀ। ਤਾਂ ਇਸ ਕਰਕੇ ਇਹ ਮੇਰੀ ਫਿਰ ਸਮਝ ਡਿਵੈਲਪ ਹੋਈ। ਉਹਦੇ ਨੂੰ ਸਮਾਜ ਵਿਗਿਆਨ ਨੇ ਉਹਨੂੰ ਥੋੜ੍ਹਾ ਜਿਹਾ ਹੋਰ ਮਤਲਬ ਕਿ
ਜਿਹੜਾ ਮੈਂ ਪੜ੍ਹਿਆ ਸੀਗਾ ਉਹਨੂੰ ਹੁੰਗਾਰਾ ਦਿੱਤਾ ਹੁੰਗਾਰਾ ਜੀ। ਐਵੇਂ ਹੀ ਮਤਲਬ ਕਿ ਮੈਂ ਮਾਨਸਿਕ ਕਿ ਮੇਰੇ ਦਿਮਾਗ 'ਚ ਸੀਗਾ। ਪਰ ਮੈਂ ਫਿਰ 6 ਮਹੀਨੇ ਸੈਕਟਰੀ ਦੀ ਹਾਊਸ ਜੋਬ ਕੀਤੀ ਉਦੋਂ, ਉਸ ਟਾਈਮ 'ਤੇ ਹੋ ਰਹੀ ਸੀ। ਅਤੇ ਕਿ ਮੈਂ ਜਦੋਂ ਸੈਕਟਰੀ ਵਿੱਚ ਹਾਊਸ ਜੋਬ ਕੀਤੀ 6 ਮਹੀਨਿਆਂ ਦੀ, ਅਤੇ 6 ਮਹੀਨਿਆਂ ਤੋਂ ਬਾਅਦ ਉੱਥੇ ਮੈਂ ਪੜ੍ਹਦਾ ਦੇਖਿਆ ਵੀ ਬਿਮਾਰੀ ਦੇ ਮਰੀਜ਼ ਆ ਰਹੇ ਨੇ, ਜਿਹੜੀ ਉਹ ਡਿਪਰੈਸ਼ਨ ਦੇ, ਸਕਿਜ਼ੋਫਰੀਨੀਆ ਦੇ, ਫੋਬੀਆ ਦੇ, ਇਸ ਤਰ੍ਹਾਂ ਦੇ ਮਰੀਜ਼ ਆ ਰਹੇ ਨੇ। ਅਤੇ ਮੈਨੂੰ ਉਹਨਾਂ ਦਿਨਾਂ ਵਿੱਚ ਇੱਕ ਇੱਕ ਮੈਗਜ਼ੀਨ ਮਿਲਿਆ ਰੈਡੀਕਲ ਸੈਕਟਰੀ ਦਾ, ਅਤੇ ਉਹਦੇ ਵਿੱਚ ਮੈਂ ਪੜ੍ਹਿਆ ਵੀ ਡਿਪਰੈਸ਼ਨ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ। ਕਾਰਨ ਉਹਨੂੰ ਦੱਸਿਆ ਵੀ ਡਿਪਰੈਸ਼ਨ ਦਾ ਸਿੰਪਟਮ ਹੈ, ਅਤੇ ਸਿੰਪਟਮ ਮਰੀਜ਼ ਆ ਕੇ ਦੱਸ ਰਿਹਾ, ਅਸੀਂ ਉਹ ਕਹਿੰਦਾ ਮੈਂ ਉਦਾਸ ਹਾਂ, ਮੈਂ ਨਿਰਾਸ਼ ਹਾਂ, ਮੇਰੇ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ। ਅਸੀਂ ਸਿੰਪਟਮ ਨੂੰ ਹੀ ਬਿਮਾਰੀ ਬਣਾਉਂਦੇ ਬਿਲਕੁਲ। ਅਤੇ ਦੂਜਾ ਫਿਰ ਮੈਨੂੰ ਸਮਝ ਲੱਗੀ ਐਂਟੀ ਡਿਪਰੈਸੈਂਟ ਹੈਗੇ, ਅਸੀਂ ਕੀ ਕਰ ਰਹੇ ਹਾਂ, ਐਂਟੀ ਡਿਪਰੈਸੈਂਟ ਦੇ ਰਹੇ ਹਾਂ। ਇਹਨੂੰ ਮੈਂ ਫਿਰ ਇਸ ਤਰ੍ਹਾਂ ਸੋਚਿਆ ਕਿ ਜੇ ਹੁਣ ਬੁਖਾਰ ਹੈ, ਬੁਖਾਰ ਹੋਇਆ ਅਤੇ ਬੁਖਾਰ ਦਾ ਤੁਸੀਂ ਦੇ ਦਿੱਤੀ ਗਲੂਕੋਜ਼ ਪੈਰਾਸੀਟਾਮੋਲ ਦੀ, 3 ਘੰਟੇ ਬੁਖਾਰ ਉਤਰ ਗਿਆ, ਤੁਸੀਂ ਫਿਰ ਦੁਬਾਰਾ ਬੁਖਾਰ ਚੜ੍ਹ ਗਿਆ, ਫਿਰ ਦਵਾਈ ਦੇ ਦਿੱਤੀ। ਫਿਰ ਬਿਮਾਰੀ ਤਾਂ ਤੁਹਾਨੂੰ ਬੁਖਾਰ ਦਾ ਕਾਰਨ ਲੱਭਣਾ ਪਊਗਾ ਨਾ। ਹੁਣ ਬੁਖਾਰ ਹੁੰਦਾ ਹੈਗਾ ਜਾਂ ਮਲੇਰੀਏ ਨਾਲ, ਜਾਂ ਟਾਈਫਾਈਡ ਨਾਲ, ਜਾਂ TB ਦੇ ਨਾਲ, ਜਾਂ ਵਾਇਰਲ ਬੁਖਾਰ, ਤੁਹਾਨੂੰ ਲੱਭਣਾ ਪਊਗਾ ਨਾ। ਜਦ ਤੱਕ ਤੁਸੀਂ ਉਹਦਾ ਇਲਾਜ ਨਹੀਂ ਕਰਦੇ, ਬੁਖਾਰ ਠੀਕ ਨਹੀਂ ਹੋਣਾ। ਜਿਹੜਾ ਟ੍ਰੈਂਡ ਹੈ ਡਾਕਟਰ ਸਾਹਿਬ ਇਸ ਸੁਸਾਇਟੀ ਦਾ, ਡਾਕਟਰਸ ਦੇ ਵਿੱਚ, ਲੋਕਾਂ ਦੇ ਵਿੱਚ, ਜੇ ਤੁਸੀਂ ਗੱਲ ਕੀਤੀ ਬੜੀ ਪਾਇਦਾਰ ਹੈ ਕਿ ਅਸੀਂ ਬਿਮਾਰੀ ਨੂੰ ਦਵਾਈ ਉਹਦਾ ਇਲਾਜ ਕਰਦੇ ਨੇ, ਦਵਾਈਆਂ ਦੇ ਕੇ ਕਾਰਨ ਲੱਭਣ ਤੱਕ ਅਸੀਂ ਲੋਕ ਕਿਉਂ ਨਹੀਂ ਜਾਂਦੇ? ਇਹ ਗੱਲ ਹੈਗੀ ਸਾਡੀ ਪੜ੍ਹਾਈ ਵੀ ਇਸ ਤਰ੍ਹਾਂ ਦੀ ਹੈਗੀ ਵੀ ਡਿਜ਼ੀਜ਼ ਓਰੀਐਂਟਿਡ ਪੜ੍ਹਾਈ ਹੈ। ਮੈਂ ਕਹਿੰਦਾ ਅਸੀਂ ਬਿਮਾਰੀਆਂ ਹੀ ਪੜ੍ਹਾਉਂਦੇ ਹਾਂ, ਬਿਮਾਰੀ ਦਾ ਇਲਾਜ ਪੜ੍ਹਾਉਂਦੇ ਹਾਂ, ਬਿਮਾਰੀ ਪਛਾਣਨ ਦੀ ਗੱਲ ਕਰਦੇ ਹਾਂ। ਅਸੀਂ ਕਿ ਬਿਮਾਰੀ ਦੀ ਕਾਰਨਾਂ ਦੇ ਵਿੱਚ ਜਿਹੜਾ ਕਹਿ ਲਓ ਵੀ ਜਿਹੜਾ ਅਸਲੀ ਕਾਰਨ ਹੈ ਉੱਥੇ ਨਹੀਂ ਜਾਂਦੇ। ਹੁਣ ਤੁਸੀਂ ਦੇਖੋ ਵੀ ਆਪਣੇ ਕੋਲ ਕਰੋਨਾ ਕਾਲ ਸੀਗਾ, ਅਸੀਂ ਪੂਰਾ ਉਹਨੂੰ ਦੇਖਿਆ ਹੈਗਾ। ਹੁਣ ਉਹਦੇ ਵਿੱਚ ਕਿਤੇ ਨਾ ਕਿਤੇ ਗੱਲ ਨਵੀਂ ਆਈ, ਜਿਹੜਾ ਕਿ ਮੈਂ ਉਹਦੇ 'ਤੇ ਕਾਫੀ ਲਿਖਿਆ ਇਮਿਊਨ ਸਿਸਟਮ ਦੀ ਗੱਲ ਹੋਈ। ਪਹਿਲੀ ਵਾਰੀ ਕਿ ਲੋਕਾਂ ਨੂੰ ਪਤਾ ਲੱਗਿਆ ਵੀ ਕੋਈ ਇਮਿਊਨਿਟੀ ਕੋਈ ਚੀਜ਼ ਹੁੰਦੀ ਹੈ, ਕਿਉਂਕਿ ਦੇਖਿਆ ਵੀ ਕਈਆਂ ਨੂੰ ਹੋ ਰਹੀ ਹੈ, ਕਈਆਂ ਨੂੰ ਨਹੀਂ ਹੋ ਰਹੀ। ਸਾਰੀਆਂ ਬਿਮਾਰੀਆਂ ਐਵੇਂ ਹੁੰਦੀਆਂ ਨੇ, ਚਾਹੇ ਜ਼ੁਕਾਮ ਦੀ ਗੱਲ ਹੈ, ਚਾਹੇ ਬੁਖਾਰ ਦੀ ਗੱਲ ਹੈ, ਚਾਹੇ ਕੈਂਸਰ ਦੀ ਗੱਲ ਹੈ। ਇੱਕੋ ਘਰ ਦੇ ਵਿੱਚ ਰਹਿੰਦੇ, ਇੱਕੋ ਚੀਜ਼ ਖਾਂਦੇ ਪੀਂਦੇ ਸਾਰੇ ਬੰਦਿਆਂ ਨੂੰ ਬਿਮਾਰੀਆਂ ਨਹੀਂ ਹੁੰਦੀਆਂ। ਜਿਹੜੀਆਂ ਨਹੀਂ ਹੁੰਦੀਆਂ ਅਸੀਂ ਉਹਨਾਂ 'ਤੇ ਧਿਆਨ ਹੀ ਨਹੀਂ ਦਿੱਤਾ। ਗੱਲ ਇਹ ਸੀ ਨਾ ਵੀ ਸਾਨੂੰ ਕਿ ਉਹਦੇ 'ਤੇ ਧਿਆਨ ਦੇਣਾ ਚਾਹੀਦਾ। ਜਿਹੜੇ ਲੋਕ ਬਿਲਕੁਲ ਹੈਲਦੀ ਨੇ, ਜੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਆਪਾਂ ਗੱਲ ਕਰੀ ਸੀ ਵੀ ਮੈਂ 80 ਸਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਦੇ ਪਿੱਛੇ ਕੀ ਵੀ ਸੀਗਾ ਵੀ ਉਹ ਹੈਲਦੀ ਬੰਦੇ ਹੈ, 80 ਸਾਲ ਦੀ ਉਮਰ 'ਚ ਹੈਗੇ ਨੇ, ਅਤੇ ਉਹ ਹੈਲਦੀ ਰਹਿਣ ਦਾ ਕਾਰਨ ਕੀ ਹੈ? ਅਸੀਂ ਇਹ ਸਟੱਡੀ ਨਹੀਂ ਕੀਤੀ, ਇਹ ਖੋਜ ਨਹੀਂ ਕੀਤੀ। ਨਹੀਂ ਮੈਂ ਕਿ ਜਿਵੇਂ ਕਿ ਆਹ ਬਿਮਾਰੀਆਂ ਨੇ, ਅਤੇ ਜਿਹੜੀ ਬਿਮਾਰੀਆਂ ਨੇ ਕਿ ਉਹ ਸਾਰਿਆਂ ਦਾ ਇੱਕ ਜਿਹੜਾ ਡੀਪ ਰੂਟ ਕਾਰਨ ਹੈਗਾ, ਉਹਨੂੰ ਲੱਭਣ ਦੀ ਲੋੜ ਹੈਗਾ। ਸਿਹਤ 'ਤੇ ਕੰਮ ਕਰਨ ਦੀ ਗੱਲ ਹੈ। ਹੁਣ ਜੇ ਮੈਂ ਆਪਾਂ ਕਹਿੰਦਾ ਅੱਜ ਦੀ ਤਰੀਕ ਵਿੱਚ ਅਸੀਂ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਨੇ, ਸ਼ੂਗਰ ਦੀ ਬਿਮਾਰੀ ਹੈ, ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਹਾਰਟ ਦੀਆਂ ਬਿਮਾਰੀਆਂ ਨੇ, ਇਹ ਸਾਰੀਆਂ ਨੂੰ ਅਸੀਂ ਹੁਣ ਕਿਸੇ ਵਕਤ ਜਦੋਂ ਮੈਂ ਪੜ੍ਹਦਾ ਸੀਗਾ ਨਾ, ਅਸੀਂ ਇਹਨਾਂ ਨੂੰ ਸਾਨੂੰ ਕਾਰਨ ਨਹੀਂ ਸੀ ਪਤਾ। ਅਸੀਂ ਕੋਈ ਜਦੋਂ ਮੈਂ ਆਪਣੀ ਸਟੱਡੀ ਟਾਈਮ ਦੇ ਉੱਤੇ ਮੈਂ 50 ਸਾਲ ਤੋਂ ਛੋਟੀ ਉਮਰ ਦਾ ਕੋਈ ਬੰਦਾ ਬਲੱਡ ਪ੍ਰੈਸ਼ਰ ਨਾਲ ਨਹੀਂ ਦੇਖਿਆ। ਇਸੇ ਤਰੀਕੇ ਨਾਲ ਡਾਇਬਟੀਜ਼ ਵੀ ਬਹੁਤ ਘੱਟ ਹੁੰਦੀ ਸੀਗੀ। ਕਾਰਨ ਕੀ ਸੀਗਾ? ਬਾਅਦ ਵਿੱਚ ਪਤਾ ਲੱਗਿਆ ਵੀ ਹੌਲੀ ਹੌਲੀ ਅੱਜ ਤੁਸੀਂ ਦੇਖੋ ਜੀ, ਇਹ ਬਿਮਾਰੀਆਂ 25 ਸਾਲ ਥੱਲੇ ਆ ਗਈਆਂ ਉਮਰ ਦੇ ਵਿੱਚ। 25 ਸਾਲ ਦਾ, 30 ਸਾਲ ਦਾ, 35 ਸਾਲ ਦਾ ਬੰਦਾ ਅੱਜ ਹਾਰਟ ਅਟੈਕ ਨਾਲ ਮਰ ਰਿਹਾ ਹੈ ਨਾ। ਇਸ ਤਰੀਕੇ ਨਾਲ ਡਾਇਬਟੀਜ਼ ਹੋ ਰਹੀ ਹੈ, ਬੱਚਿਆਂ ਤੱਕ ਵੀ ਥੱਲੇ ਆ ਗਈਆਂ ਹੈ। ਹੁਣ ਇਹ ਕਾਰਨ ਕੀ ਹੈਗੇ? ਹੁਣ ਅਸੀਂ ਇਹਨੂੰ ਸਾਰਿਆਂ ਨੂੰ ਲਾਈਫ ਸਟਾਈਲ ਡਿਜ਼ੀਜ਼ ਕਹਿੰਦੇ ਹਾਂ ਵੀ ਲਾਈਫ ਸਟਾਈਲ ਮਤਲਬ ਤੁਹਾਡੇ ਸਾਰੇ ਜਿਹੜੀ ਜ਼ਿੰਦਗੀ ਦੇ ਜਿਹੜੀ ਤੁਹਾਡੀ ਜੀਵਨ ਸ਼ੈਲੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈਗਾ। ਅਸੀਂ ਉਹ ਲੱਭੇ ਹੈਗੇ ਨੇ। ਸਭ ਤੋਂ ਵੱਡਾ ਨੁਕਸ ਖਾਣ ਪੀਣ ਦੇ ਵਿੱਚ ਹੈ। ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਜੇ ਆਪਾਂ ਇਮਿਊਨਿਟੀ ਦੀ ਗੱਲ ਕਰ ਰਹੇ ਸੀਗੇ, ਇਮਿਊਨਿਟੀ ਨੂੰ ਵਧਾਉਣ ਦੇ ਵਾਸਤੇ, ਠੀਕ ਰੱਖਣ ਦੇ ਵਾਸਤੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਖੁਰਾਕ ਹੈਗੀ। ਕਿਉਂਕਿ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਅੰਦਰ ਬੋਡੀ ਦਾ, ਉਸ ਨੂੰ ਕਿ ਉਹ ਮੈਂ ਉਹਨੂੰ ਕਹਿੰਦਾ ਸਿਪਾਹੀ ਨੇ ਉਹ ਸਾਡੇ, ਉਹ ਜਿਹੜੀ ਸਾਡੀ ਬਿਮਾਰੀ ਹੋਣ ਤੋਂ ਰੋਕਦੇ ਨੇ। ਉਹ ਬਿਮਾਰੀ ਨੂੰ ਰੋਕਣ ਵਾਸਤੇ ਉਹ ਸਿਪਾਹੀ ਨੇ। ਉਹ ਸਿਪਾਹੀ ਤਾਕਤਵਰ ਹੋਣਗੇ ਤਾਂ ਹੀ ਬਿਮਾਰੀ ਤੋਂ ਹੋਣ ਤੋਂ ਰੋਕਣਗੇ। ਅਤੇ ਉਹਨਾਂ ਨੂੰ ਤਾਕਤਵਰ ਕਰਨਾ ਹੈ ਖੁਰਾਕ ਨੇ। ਉਹ ਜਿਹੜੀ ਖੁਰਾਕ ਦੇ ਪਰ ਜੋ ਅਸੀਂ ਅੱਜ ਖੁਰਾਕ ਖਾ ਰਹੇ ਹਾਂ, ਉਹ ਸਾਰੀ ਸਗੋਂ ਉਹਨਾਂ ਸਿਪਾਹੀਆਂ ਨੂੰ ਕਮਜ਼ੋਰ ਕਰਨ ਵਾਲੀ ਹੈਗੀ ਹੈ। ਬੜੀ ਇੱਕ ਸਿੰਪਲ ਜਿਹੀ ਐਗਜ਼ਾਮਪਲ ਮੈਂ ਦਿੰਦਾ, ਕਿ ਦੇਖੋ ਵੀ ਇੱਕ ਚੁਰਾਹੇ ਦੇ ਵਿੱਚ ਕੋਈ ਸਿਪਾਹੀ ਖੜਾ, ਮੋਟਾ ਸਿਪਾਹੀ ਖੜਾ, ਅਤੇ ਕਿਸੇ ਨੇ ਤੁਹਾਡੀ ਚੇਨ ਕਿ ਜਿਹੜੀ ਹੈ ਉਤਾਰ ਲਈ ਹੈ, ਜਾਂ ਕੋਈ ਪਰਸ ਲੈ ਕੇ ਭੱਜ ਗਿਆ, ਜਾਂ ਮੋਬਾਈਲ ਲੈ ਕੇ ਭੱਜ ਗਿਆ। ਹੁਣ ਉਹਨੇ ਫੜਨਾ ਹੈਗਾ ਭੱਜ ਕੇ, ਅਤੇ ਜੇ ਉਹ ਆਪ ਹੀ ਇੰਨਾ ਮੋਟਾ ਹੈਗਾ, ਉਹ ਤੋੜ ਹੀ ਨਹੀਂ ਸਕਦਾ, ਉਹ ਕਿਵੇਂ ਭੱਜੂਗਾ ਅਤੇ ਕਿਵੇਂ ਫੜੂਗਾ? ਉਹ ਵੀ ਗੱਲ ਹੈਗੀ ਵੀ ਜੇ ਤੁਹਾਡੀ ਖੁਰਾਕ ਤੁਹਾਡੇ ਕਿ ਜਿਹੜੇ ਇਮਿਊਨ ਸਿਸਟਮ ਦੇ ਜਿਹੜੇ ਸਿਪਾਹੀ ਨੇ, ਉਹਨਾਂ ਨੂੰ ਉਹ ਕਮਜ਼ੋਰ ਕਰ ਰਹੀ ਹੈ, ਤਾਂ ਤੁਸੀਂ ਸਮਝੋ ਵੀ ਤੁਹਾਡਾ ਇਮਿਊਨ ਸਿਸਟਮ ਖਰਾਬ ਹੋ ਰਿਹਾ। ਅਤੇ ਉਹ ਸਾਨੂੰ ਕਾਹਦੀ ਖੁਰਾਕ ਨਹੀਂ ਹੈਗੀ। ਖੁਰਾਕ ਦੇ ਵਿੱਚ ਜੇ ਮੈਂ ਜੇ ਆਪਣਾ ਸਾਰਾ ਮੈਦਾ ਹੈਗਾ, ਘੀ ਹੈਗਾ, ਜਿਹੜੀਆਂ ਸਾਰੀਆਂ ਇਹ ਚੀਜ਼ਾਂ ਹੈਗੀਆਂ ਨੇ, ਵਿਟਾਮਿਨਸ ਮਿਨਰਲ ਚਾਹੀਦੇ ਹੈਗੇ ਨੇ ਸਾਨੂੰ, ਉਹ ਨਹੀਂ ਮਿਲ ਰਹੇ, ਨਹੀਂ ਖਾ ਰਹੇ। ਸਬਜ਼ੀਆਂ ਅਤੇ ਫਲਾਂ ਦੇ ਵਿੱਚ ਚਾਹੀਦੇ ਨੇ, ਉਹ ਸਬਜ਼ੀਆਂ ਅਤੇ ਫਲਾਂ ਸਾਨੂੰ ਕਿ ਨਹੀਂ ਮਿਲ ਰਹੀਆਂ। ਜਿਹੜੀਆਂ ਮਿਲ ਰਹੀਆਂ ਨੇ ਅਸੀਂ ਉਹ ਵੀ ਦੇਖਦੇ ਹਾਂ ਕਿ ਜਿਹੜੀ ਉਹਨਾਂ ਦੀ ਸਪਰੇਅ ਹੈਗੀ ਉਹ ਵੱਖਰੀ ਗੱਲ ਹੈ, ਪਰ ਸਾਰਿਆਂ ਨੂੰ ਮਿਲ ਹੀ ਨਹੀਂ ਰਹੀ। ਜੇ ਮੈਂ ਕਹਿੰਦਾ ਕਿ ਜੇ ਆਪਾਂ ਟੋਟਲ ਜਿੰਨੀਆਂ ਸਬਜ਼ੀਆਂ ਜਾਂ ਫਲ ਹਿੰਦੁਸਤਾਨ 'ਚ ਪੈਦਾ ਹੁੰਦੇ ਨੇ, ਅਤੇ ਜੇ ਆਪਾਂ ਉਹਨਾਂ ਨੂੰ ਡਿਵਾਈਡ ਕਰੀਏ ਸਾਰੀ ਪਾਪੂਲੇਸ਼ਨ ਦੇ, ਤਾਂ ਹਰੇਕ ਦੇ ਹਿੱਸੇ 10 ਗ੍ਰਾਮ ਵੀ ਦੀ ਜਾਂਦੀ ਹੈ। ਜਦੋਂ ਕਿ ਘੱਟੋ ਘੱਟ ਅਸੀਂ ਕਹਿੰਦੇ ਵੀ ਗ੍ਰੀਨ ਲੀਫੀ ਵੈਜੀਟੇਬਲ 100 ਗ੍ਰਾਮ, ਇਹ ਕਹਿਣ ਦਾ ਇਹ ਇੱਕ ਵੱਡਾ ਪੱਖ ਹੈਗਾ ਜਿਹਦੇ ਨਾਲ ਸਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਉਹ ਸਟਰੋਂਗ ਹੁੰਦਾ ਹੈਗਾ।
ਦੂਜਾ ਜਿਵੇਂ ਆਪਾਂ ਇਹਦੇ 'ਚ ਮੈਂ ਇੱਕ ਚੀਜ਼ ਹੋਰ ਜਿਹੜੀ ਦੇਖੀ ਹੈਗੀ ਹੈ ਤੇ ਜਿਹੜੀ ਮੈਂ ਅਪਣਾਈ ਜ਼ਿੰਦਗੀ 'ਚ ਅਪਣਾਈ ਵੀ ਹੈ, ਸੋਸ਼ਲ ਰਿਲੇਸ਼ਨ ਹੈਗੇ ਨੇ। ਉਹ ਸੋਸ਼ਲ ਰਿਲੇਸ਼ਨ ਜਿਹੜੇ ਅਸੀਂ ਹੌਲੀ ਹੌਲੀ ਦੇਖਦੇ ਹਾਂ ਕਿ ਬਿਲਕੁਲ ਖਤਮ ਹੋ ਰਹੇ ਨੇ। ਤੇ ਸੋਸ਼ਲ ਰਿਲੇਸ਼ਨ ਵੀ ਤੁਹਾਡੇ ਇਮਿਊਨ ਸਿਸਟਮ ਨੂੰ ਵਧੀਆ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹੈਗੇ ਜੀ। ਮੈਂ ਮਤਲਬ ਕਿ ਜਿਹੜੀ ਗੱਲ ਕੀਤੀ ਵੀ ਖੁਸ਼ੀ ਦੀ ਗੱਲ ਕੀਤੀ ਹੈ ਕਿ ਵੀ ਖੁਸ਼ੀ ਜਿਹੜੀ ਹੈਗੀ ਨਾ ਉਹਨੂੰ ਸਮਝਣਾ ਚਾਹੀਦਾ ਹੈਗਾ। ਅਸੀਂ ਜ਼ਿੰਦਗੀ 'ਚ ਜਿਹੜਾ ਏਮ ਹੈਗਾ, ਹੁਣ ਮੈਂ ਡਾਕਟਰ ਹੈਗਾ ਜਾਂ ਕੋਈ ਵੀ ਇਹ ਕੈਰੀਅਰ ਹੈਗਾ, ਮੈਂ ਆਪਾਂ ਕਹਿ ਦਿੰਦੇ ਵੀ ਤੇਰਾ ਏਮ ਕੀ ਹੈ ਪਾਪਾ, ਪਰ ਇਹ ਏਮ ਨਹੀਂ ਹੈਗਾ, ਉਹ ਕੈਰੀਅਰ ਹੈ। ਕੈਰੀਅਰ ਜੇ ਮੈਂ ਗੱਲ ਕੀਤੀ ਵੀ ਸ਼ੁਰੂ ਦੇ ਵਿੱਚ ਵੀ ਅਸੀਂ ਇੰਨਾ ਕੁਝ ਅਚੀਵ ਕਰ ਲਿਆ ਪਰ ਉਦਾਸੀ ਹੈ। ਹੁਣ ਜੇ ਮੈਂ ਡਾਕਟਰ ਬਣ ਗਿਆ, ਮੇਰੇ ਕੋਲ ਕਾਰ ਆ ਗਈ, ਮੇਰੀ ਵਧੀਆ ਕੋਠੀ ਬਣ ਗਈ, ਸਾਰਾ ਕੁਝ ਹੋ ਗਿਆ, ਪਰ ਜ਼ਿੰਦਗੀ 'ਚ ਸੰਤੁਸ਼ਟੀ ਨਹੀਂ ਹੈ, ਤਸੱਲੀ ਨਹੀਂ ਹੈ, ਖੁਸ਼ੀ ਨਹੀਂ ਹੈਗੀ ਹੈ। ਇਹਦਾ ਮਤਲਬ ਮੇਰਾ ਜੋ ਕੀਤਾ ਇਹ ਸਾਰਾ ਵੇਸਟ ਗਿਆ ਨਾ। ਮੇਰਾ ਏਮ ਜੇ ਮੈਨੂੰ ਮੰਨਿਆ ਸੀਗਾ ਤਾਂ ਫਿਰ ਏਮ ਤਾਂ ਮਤਲਬ ਗਲਤ ਮੰਨਦਾ ਨਾ ਮੈਂ। ਏਮ ਇਨਫੈਕਟ ਏਮ ਬੰਦੇ ਦਾ ਹੋਣਾ ਚਾਹੀਦਾ ਖੁਸ਼ੀ, ਵੀ ਮੈਨੂੰ ਖੁਸ਼ੀ ਕਿਸ ਕੰਮ 'ਚ ਹਾਸਲ ਹੋਊਗੀ, ਉਹ ਕੰਮ ਕਰਨਾ ਚਾਹੀਦਾ ਹੈਗਾ। ਤੇ ਜੇ ਉਹ ਖੁਸ਼ੀ ਹਾਸਲ ਕਰਨੀ ਹੈਗੀ ਹੈ ਨਾ ਤਾਂ ਉਹ ਖੁਸ਼ੀ ਦੇ ਸਾਡੀ ਬੋਡੀ 'ਚ 4 ਹਾਰਮੋਨ ਹੈਗੇ ਨੇ ਜਿਹੜੇ ਜਦੋਂ ਖੁਸ਼ੀ ਮਿਲਦੀ ਹੈ ਨਾ ਤਾਂ ਉਹ ਉਦੋਂ ਪੈਦਾ ਹੁੰਦੇ ਹੈਗੇ। ਸਰੋਟੋਨਿਨ ਹੈਗਾ, ਆਕਸੀਟੋਸਿਨ ਹੈਗਾ, ਐਂਡੋਰਫਿਨ ਹੈਗਾ, ਇਹ ਸਾਰੇ ਜਿਹੜੇ 4 ਐਂਡੋਰਫਿਨ ਹੈਗਾ, ਇਹ 4 ਹਾਰਮੋਨ ਨੇ। ਇਹ ਪੈਦਾ ਕਿਵੇਂ ਹੁੰਦੇ ਆ? ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ, ਤੁਸੀਂ ਇੱਕ ਦੂਜੇ ਨੂੰ ਗਲਵੱਕੜੀ 'ਚ ਲੈਂਦੇ ਹੈਗੇ, ਇੱਕ ਦੂਜੇ ਨੂੰ ਹੱਥ ਮਿਲਾਉਂਦੇ ਹੈਗੇ, ਜਾਂ ਤੁਸੀਂ ਐਕਟੀਵਿਟੀ ਕਰਦੇ ਹੋ ਕੋਈ, ਮਤਲਬ ਕਿਸੇ ਨੂੰ, ਜਿਵੇਂ ਮੈਂ ਗੱਲ ਕਹੀ ਵੀ ਸੋਸ਼ਲ ਐਕਟੀਵਿਟੀ ਹੈ, ਤੁਸੀਂ ਜਾਣਦੇ ਹੋ ਲੋਕਾਂ ਨੂੰ ਮਿਲਦੇ ਜਿਹਨਾਂ ਨੂੰ ਮਿਲ ਕੇ ਖੁਸ਼ੀ ਮਿਲਦੀ, ਜਿਹਦੇ ਨਾਲ ਇੱਕ ਲੋਕਾਂ ਨੂੰ ਮਿਲਦੀ, ਇੱਕ ਮਤਲਬ ਕਿ ਤੁਹਾਡੇ ਘਰੇ ਬੈਠਣ ਨਾਲ ਨਹੀਂ, ਤੁਰਨ ਫਿਰਨ ਨਾਲ ਵੀ ਮਤਲਬ ਕਿ ਤੁਸੀਂ ਲੋਕਾਂ ਨੂੰ ਜਾਣਦੇ ਹੋ। ਸ਼ਾਮ ਨੂੰ ਤੁਸੀਂ ਪਾਰਕ ਗਏ, ਪਾਰਕ ਦੇ ਵਿੱਚ 2 ਕੰਮ ਨੇ, ਤੁਸੀਂ ਚੱਲ ਕੇ ਪੈਦਲ ਤੁਰ ਕੇ ਵੀ ਗਏ, ਉਹਨੇ ਇੱਕ ਆਪਣਾ ਹਾਰਮੋਨ ਪੈਦਾ ਕੀਤਾ। ਉੱਥੇ ਜਦੋਂ 4 ਬੰਦੇ ਮਿਲੇ, ਉਹਨੇ ਇੱਕ ਵੱਖਰਾ ਹਾਰਮੋਨ ਪੈਦਾ ਕੀਤਾ। ਹੁਣ ਪਰ ਅਸੀਂ ਮਤਲਬ ਕਿ ਹੁਣ ਸਰੋਟੋਨਿਨ ਦੀ ਗੋਲੀਆਂ ਖਾ ਕੇ ਖੁਸ਼ੀ ਤਾਂ ਮਤਲਬ ਕਿ ਹਾਸਲ ਨਹੀਂ ਕਰ ਸਕਦੇ। ਠੀਕ ਹੈ ਕਿ ਤੁਹਾਨੂੰ ਮਾੜਾ ਜਿਹਾ ਉਸ ਵਕਤ 4-6 ਘੰਟਿਆਂ ਦੇ ਵਾਸਤੇ ਇੱਕ ਵਧੀਆ ਲੱਗੂ ਸਮਾਂ ਠੀਕ ਕਰਨਾ ਪੈਂਦਾ। ਜਿਵੇਂ ਐਂਟੀ ਡਿਪਰੈਸੈਂਟ ਦੀ ਗੱਲ ਕੀਤੀ, ਉਹੀ ਨੇ ਐਂਟੀ ਡਿਪਰੈਸੈਂਟਸ ਨੇ ਜਿਹੜੇ ਉਹ ਸਕੈਟਰੀ 'ਚ ਇੱਕ ਲਾਈਨ ਬੋਲਦੇ ਕਹੀ ਜਾਂਦੀ ਹੈ ਕਿ ਵਾਂਸ ਏ ਪੇਸ਼ੈਂਟ ਆਫ ਸਕੈਟਰੀ ਆਲਵੇਜ ਏ ਪੇਸ਼ੈਂਟ ਆਫ ਸਕੈਟਰੀ। ਕਿਉਂਕਿ ਅਸੀਂ ਕਾਰਨ ਲੱਭਿਆ ਹੀ ਨਹੀਂ। ਉਦਾਸੀ ਕਿੱਥੇ ਹੈ? ਉਹ ਕਿ ਪਈ ਕਿਤੇ ਸਮਾਜ ਦੇ ਵਿੱਚ, ਘਰ 'ਚ, ਪਰਿਵਾਰ 'ਚ, ਉਹ ਦਫ਼ਤਰ 'ਚ, ਜਿੱਥੇ ਤੁਹਾਡੇ ਆਪਸ ਵਿੱਚ ਰਿਲੇਸ਼ਨ ਹੈਗੇ ਉੱਥੇ ਹੈਗੀ ਹੈ। ਉੱਥੇ ਤੁਸੀਂ ਮਤਲਬ ਕਿ ਉਹਨੂੰ ਹਿੱਟ ਨਹੀਂ ਕਰ ਰਹੇ, ਤੁਸੀਂ ਉਹਨੂੰ ਫਿਰ ਕਹਿੰਦੇ ਵੀ ਅਸੀਂ ਉਹ ਤਾਂ ਹਿੱਟ ਕਰ ਨਹੀਂ ਸਕਦੇ। ਹੁਣ ਮਤਲਬ ਅਸੀਂ ਫਿਰ ਦਵਾਈਆਂ ਨਾਲ ਤੇ ਥੋੜ੍ਹਾ ਸਮਾਂ ਦਾ ਦਬਾ ਦਿੰਦੇ ਤਾਂ ਉਹ ਫਿਰ ਉਹਨਾਂ ਕੁਟੰਬਾ ਲੱਭਦਾ। ਫਿਰ ਇਸ ਕਰਕੇ ਵਾਂਸ ਏ ਪੇਸ਼ੈਂਟ ਆਫ ਸਕੈਟਰੀ ਤੁਸੀਂ ਮਤਲਬ ਕਿ ਹਰ ਫਿਰ ਦਵਾਈ ਖਾਓਗੇ ਤਾਂ ਤੁਹਾਨੂੰ ਮਤਲਬ, ਤੇ ਦਵਾਈ ਖਾਓਗੇ ਤਾਂ ਮਤਲਬ ਤੁਸੀਂ ਪੇਸ਼ੈਂਟ ਹੈਗੇ ਹੋ, ਫਿਰ ਫੀਲਿੰਗ ਸਾਡੇ ਆਊਗੀ। ਇਹ ਇੱਕ ਮਤਲਬ ਕਿ ਆਸਪੈਕਟ ਮਤਲਬ ਕਿ ਹੈਗਾ। ਹੁਣ ਆਪਾਂ ਗੱਲ ਕਰ ਰਹੇ ਸੀ ਲਾਈਫ ਸਟਾਈਲ ਡਿਜ਼ੀਜ਼ ਦੀ, ਡਾਇਬਟੀਜ਼ ਦੀ ਗੱਲ, ਤਾਂ ਇਸ ਕਰਕੇ ਹੁਣ ਤੁਸੀਂ ਜਿਹੜੇ ਹੁਣ ਬੱਚਿਆਂ ਦੇ ਵਿੱਚ ਕੀ ਹੋ ਰਹੀ ਹੈ, ਕਿਸੇ ਵਕਤ ਬੱਚਿਆਂ ਦੇ ਵਿੱਚ ਅਸੀਂ ਜਦੋਂ ਮਾਲ ਨਿਊਟ੍ਰੀਸ਼ਨ ਦੀ ਗੱਲ ਕਰਦੇ ਸੀ ਨਾ ਤਾਂ ਅਸੀਂ ਸੋਚਦੇ ਸੀ ਕਿ ਸੋਕਾ ਹੋ ਗਿਆ, ਮਤਲਬ ਕਿ ਬੱਚੇ ਨੂੰ ਖੁਰਾਕ ਨਹੀਂ ਮਿਲ ਰਹੀ। ਅੱਜ ਉਸ ਤੋਂ ਵੱਧ ਮਤਲਬ ਕਿ ਖਤਰਨਾਕ ਸਥਿਤੀ ਹੈ ਕਿ ਬੱਚੇ 'ਚ ਮੋਟਾਪਾ ਬਹੁਤ ਜ਼ਿਆਦਾ ਹੈ। ਖਾਸ ਤੌਰ 'ਤੇ ਜਿਹੜੇ ਮਾਂ ਪਿਓ ਕੁਛ ਪੈਸੇ ਖਰਚ ਕਰ ਸਕਦੇ ਆ ਖਾਣ ਪੀਣ ਦੇ ਵਿੱਚ, ਚਾਕਲੇਟ ਦੀ ਗੱਲ ਹੈਗੀ ਹੈ, ਕੈਂਡੀਜ਼ ਦੀ ਗੱਲ ਹੈਗੀ ਹੈ, ਇੰਨਾ ਕੁਛ ਅੱਜ ਬਾਜ਼ਾਰ ਦੇ ਵਿੱਚ ਹੈਗਾ ਜਿਹੜਾ ਕਿ ਮੋਟਾਪੇ ਨੂੰ ਵਧਾ ਰਿਹਾ ਹੈ। ਅਤੇ ਬਚਪਨ ਦਾ ਜਿਹੜਾ ਬਣਿਆ ਹੋਇਆ ਮੋਟਾਪਾ ਹੈ ਨਾ, ਉਹ ਛੇਤੀ ਕਿਤੇ ਠੀਕ ਵੀ ਨਹੀਂ ਹੁੰਦਾ, ਕਿਉਂਕਿ ਉਦੋਂ ਮਤਲਬ ਕਿ ਫੈਟ ਸੈੱਲ ਬਣ ਰਹੇ ਹੁੰਦੇ ਆ, ਗਰੋਥ ਹੋ ਰਹੀ ਹੈ। ਫੈਟ ਸੈੱਲ ਜੇ 10 ਬਣਦੇ ਹਨ ਤਾਂ ਉਦੋਂ ਉਹਨਾਂ ਖਾਣ ਪੀਣ ਨਾਲ ਉਹਨਾਂ ਨੂੰ, ਜਿਹੜਾ ਤੁਸੀਂ ਖਾ ਰਹੇ ਹੋ, ਜਿਹੜਾ ਫੈਟ ਖਾ ਰਹੇ ਹੋ, ਉਹਨੂੰ ਇੱਕ ਥਾਂ ਚਾਹੀਦੀ ਹੈ ਜਿੱਥੇ ਉਹਨੂੰ ਜਾਣਾ ਹੈਗਾ ਫੈਟ ਸੈੱਲ ਬਣਨ ਵਾਸਤੇ। ਉਹ ਇੰਨੇ ਜ਼ਿਆਦਾ ਬਣ ਜਾਂਦੇ ਆ ਜੇ ਤੁਸੀਂ ਮਤਲਬ ਕਿ ਇਨ ਫਿਊਚਰ 'ਚ 30 ਸਾਲ ਦੇ ਬਾਅਦ ਕੋਸ਼ਿਸ਼ ਹੋਏ ਵੀ ਹੁਣ ਮੈਂ ਮੋਟਾ ਹੈਗਾ ਅਤੇ ਮੈਂ ਕੋਈ ਜਿਮ ਜੁਆਇਨ ਕਰ ਲਓ ਜੁਆਇਨ, ਠੀਕ ਹੈ, ਪਰ ਉਹ ਜਿਮ ਬਹੁਤਾ ਵਰਕ ਨਹੀਂ ਕਰਦਾ। ਤੁਸੀਂ ਜਦੋਂ ਜਿਮ ਛੱਡੋਗੇ ਉਹ ਸਾਰਾ ਮੋਟਾਪਾ ਦੁਬਾਰਾ ਵਾਪਸ ਆਉਂਦਾ, ਕਿਉਂਕਿ ਉਹ ਸੈੱਲ ਉੱਥੇ ਪਏ ਨੇ ਜਿਨ੍ਹਾਂ ਦੇ ਫੈਟ ਇਕੱਠਾ ਹੋ ਸਕਦਾ ਹੈ। ਤੁਸੀਂ ਕੁਝ ਵੀ ਖਾਓਗੇ ਫਿਰ ਉਹ ਫੈਟ ਜਿਹੜਾ ਹੈਗਾ ਨਾ ਉੱਥੇ ਮਤਲਬ ਕਿ ਜਾ ਕੇ ਡਿਪੋਜ਼ਿਟ ਹੋਣਾ ਹੀ ਹੋਣਾ ਹੈ। ਫੈਟ ਦੀ ਜਿਹੜੀ ਬੜੀ ਸਿੰਪਲ ਜੀ ਗੱਲ ਹੈਗੀ ਹੈ ਵੀ ਜਿੰਨੀ ਤੁਹਾਡੀ ਲੋੜ ਹੈ, ਤੁਸੀਂ ਉਸ ਤੋਂ 1 ਗ੍ਰਾਮ ਦੀ ਵੱਧ ਖਾਓਗੇ ਨਾ, ਉਹਦੇ ਸਾਡੀ ਬੋਡੀ 'ਚ ਇੱਕੋ ਹੀ ਅੰਦਰ ਮਸ਼ੀਨ ਲੱਗੀ ਹੋਈ ਹੈ, ਖਾਧਾ ਹੋਇਆ ਪੀਤਾ ਹੋਇਆ ਜੋ ਵਾਧੂ ਹੈਗਾ ਉਹਨੇ ਅੰਦਰ ਜਾ ਕੇ ਫੈਟ ਬਣਨਾ ਹੈ, ਹੋਰ ਕੁਝ ਨਹੀਂ ਬਣ ਸਕਦਾ। ਪ੍ਰੋਟੀਨ ਤੁਹਾਨੂੰ ਬਾਹਰੋਂ ਖਾਣੇ ਪੈਣਗੇ, ਬਾਕੀ ਚੀਜ਼ਾਂ ਬਾਹਰੋਂ ਖਾਣੀਆਂ ਪੈਣਗੀਆਂ, ਫੈਟ ਬਣੂਗਾ ਜੋ ਵੀ ਤੁਸੀਂ ਵਾਧੂ ਖਾਓਗੇ। ਚਾਹੇ ਤੁਸੀਂ ਪ੍ਰੋਟੀਨ ਖਾ ਲਓ, ਅਸੀਂ ਕਹਿੰਦੇ ਪ੍ਰੋਟੀਨ ਵਧੀਆ ਡਾਈਟ ਹੈਗੀ ਹੈ, ਖਾਣੀ ਚਾਹੀਦੀ ਹੈ, ਜ਼ਰੂਰ ਖਾਓ, ਤੁਸੀਂ ਖਾਓਗੇ, ਪਰ ਜੇ ਉਹ ਵੀ ਵੱਧ ਖਾਓਗੇ ਲੋੜ ਨਾਲ, ਉਹਨੇ ਵੀ ਜਾ ਕੇ ਅੰਦਰ ਫੈਟ ਹੀ ਬਣਨਾ ਹੈ ਜੀ। ਇਸ ਕਰਕੇ ਉਸ ਤੋਂ ਮਤਲਬ ਥੋੜ੍ਹਾ ਜਿਹਾ ਸਾਨੂੰ ਇਸ ਚੱਕਰ ਨੂੰ ਸਮਝਣਾ ਚਾਹੀਦਾ, ਖਾਣ ਪੀਣ ਦੇ ਚੱਕਰ। ਅੱਛਾ, ਇੱਕ ਡਾਕਟਰ ਸਾਹਿਬ ਵਿੱਚ ਗੱਲ ਚੱਲੀ ਆਪਾਂ ਆਉਂਦੇ ਆ ਕਿ ਤੁਹਾਨੂੰ ਇਹ ਜਦੋਂ ਡਾਇਬਟੀਜ਼ ਦਾ ਪਤਾ ਲੱਗਾ, ਉਸ ਤੋਂ ਬਾਅਦ ਤੁਹਾਡਾ ਆਪਣਾ ਸਟਰਗਲ ਚੱਲਦਾ ਰਿਹਾ, ਤੁਸੀਂ ਇਨਸੂਲਿਨ ਲਗਾਉਂਦੇ ਰਹੇ। ਅੱਛਾ, ਇੱਕ ਵਿੱਚ ਹੋਰ ਇਨਸੀਡੈਂਟ ਹੁੰਦਾ ਜਿਹਦੀ ਆਪਾਂ ਗੱਲ ਕੀਤੀ ਸੀ ਕਿ ਲੱਤ ਕੱਟਣੀ ਪੈ ਜਾਂਦੀ ਹੈ, ਉਹ ਕਦੋਂ ਇਹ ਚੀਜ਼ਾਂ ਹੁੰਦੀਆਂ ਨੇ ਸਾਰੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਜ਼ਿੰਦਗੀ ਨੂੰ ਕਿੱਦਾਂ ਟਰੈਕ 'ਤੇ ਲੈ ਕੇ ਆਉਂਦੇ ਹਾਂ? ਉਹ ਦੇਖੋ ਇਹ ਲੱਤ ਕੱਟਣ ਦਾ ਵੀ ਜਿਹੜਾ ਹੈਗਾ ਉਹ ਇੱਕ ਇੰਸੀਡੈਂਸ ਵੈਸੇ ਇਨਫੈਕਟ ਮਤਲਬ ਕਿ ਡਾਇਬਟੀ ਨਾਲ ਇਹਨੂੰ ਜੋੜ ਲੈਂਦੇ ਹਾਂ ਤਾਂ ਥੋੜ੍ਹੀ ਜਿਹੀ ਜੁੜਦੀ ਵੀ ਹੈ। ਦਰਅਸਲ ਇਹ ਹੈਗਾ ਐਕਸੀਡੈਂਟ। ਅੱਛਾ, ਹਾਂ, ਮੈਂ ਮਤਲਬ ਕਿ ਦਿੱਲੀ ਗਿਆ ਸੀ, ਇੱਕ ਸਰਕਾਰੀ ਮੀਟਿੰਗ ਸੀ ਅਤੇ ਮੈਂ ਸਟੇਸ਼ਨ ਤੋਂ ਉਤਰਿਆ। ਸਾਡਾ ਜਿਵੇਂ ਮਤਲਬ ਸਟਰਕਚਰ ਹੈਗਾ, ਸਾਰੇ ਪਲੇਟਫਾਰਮ ਜਿਹੜੇ ਹੈਗੇ ਨੇ ਉਹ ਬਰਾਬਰ ਨਹੀਂ ਹੈਗੇ, ਸਾਡੇ ਜਿਹੜੇ ਡੱਬੇ ਹੈਗੇ ਨੇ ਮਤਲਬ ਕਿ ਗੱਡੀਆਂ ਦੇ, ਉਹ 4 ਪੌੜੀਆਂ ਤੋਂ ਮਤਲਬ ਕਿ ਪੈਰ ਰੱਖ ਕੇ ਥੱਲੇ ਉਤਰਨਾ ਪੈਣਾ ਸੀ। ਅਤੇ ਮੈਂ 2 ਪੌੜੀਆਂ 'ਤੇ ਪੈਰ ਰੱਖਿਆ ਅਤੇ ਉਹ ਫਿਰ ਪੈਰ ਸਲਿੱਪ ਕਰ ਗਿਆ। ਉਹ ਪੈਰ ਸਲਿੱਪ ਕਰ ਗਿਆ ਤਾਂ ਇੱਕ ਹੱਥ 'ਚ ਮੇਰੇ ਇੱਕ ਬਰੀਫ ਕੇਸ ਸੀਗਾ,
ਇੱਕ ਹੱਥ ਦੇ ਵਿੱਚ ਥੋੜ੍ਹਾ ਜਿਹਾ ਉਹ ਇੰਬੈਲੈਂਸ ਹੋ ਗਿਆ ਜੀ ਤੇ ਉਹ ਜਦੋਂ ਥੱਲੇ ਚਲਾ ਗਿਆ ਪਲੇਟਫਾਰਮ ਦੇ ਵਿਚਕਾਰ ਤੇ ਉਹਦੇ ਵਿੱਚ ਜਿਹੜੀ ਥਾਂ ਹੁੰਦੀ ਹੈ ਉਹ ਪੈਰ ਮੁੜ ਗਿਆ ਪਰ ਕਹਿੰਦਾ ਮਤਲਬ ਉੱਥੇ ਫ੍ਰੈਕਚਰ ਹੋ ਗਿਆ ਉਹ ਮਲਟੀਪਲ ਫ੍ਰੈਕਚਰ ਸੀਗਾ ਤੇ ਉਹ ਤਾਂ ਮੈਂ ਦਿੱਲੀ ਮੀਟਿੰਗ ਤੇ ਜਾਣਾ ਸੀ, ਉਹ ਜਾਣਾ ਵੀ ਕੁਦਰਤੀ ਸਫਦਰਜੰਗ ਹਸਪੀਟਲ ਸੀਗਾ, ਉਹਨਾਂ ਨੇ ਐਕਸਰੇ ਕਰਕੇ ਤੇ ਉਹਨੂੰ ਥੋੜ੍ਹਾ ਜਿਹਾ ਮੈਨੇਜ ਕਰਤਾ ਤੇ ਉਹਦੇ ਤੇ ਪਲਸਤਰ ਚੜਾਤਾ। ਫਿਰ ਜਿਵੇਂ ਮਤਲਬ ਕਿ ਇੱਕ ਦਿਮਾਗ 'ਚ ਇਹ ਗੱਲ ਸੀ ਕਿ ਵੀ ਹੁਣ ਇਹਨੂੰ ਮਤਲਬ ਕਿ ਨਾ ਪਲੇਟਿੰਗ ਬੂਟਿੰਗ ਕਰਾ ਲੈਂਦੇ ਛੇਤੀ ਠੀਕ ਹੋ ਜਾਊਗਾ ਤੇ ਮੈਂ ਫਿਰ ਪਲੇਟਿੰਗ ਕਰਾ ਦੇ ਚੱਕਰ 'ਚ ਇੱਥੇ ਆ ਗਿਆ ਅੰਮ੍ਰਿਤਸਰ 'ਚ। ਮੈਂ ਉਹਨਾਂ ਨੂੰ ਕਿਹਾ ਵੀ ਉਹ ਕਹਿੰਦੇ ਆਪਰੇਸ਼ਨ ਕਰਨਾ ਪਊਗਾ ਸਵੇਰੇ ਕਰਾਂਗੇ ਤੇ ਮੈਂ ਕਿਹਾ ਵੀ ਹੁਣ ਮੈਂ ਅੰਮ੍ਰਿਤਸਰ ਹੀ ਕਰਾਂਗਾ ਵੀ ਅੰਮ੍ਰਿਤਸਰ ਬੜਾ ਮਤਲਬ ਕਿ ਸਾਰੇ ਹੈਗੇ ਨੇ ਖਾਸ ਉੱਤੇ ਹੱਡੀਆਂ ਦੇ ਵਾਸਤੇ ਮਸ਼ਹੂਰ ਸ਼ਹਿਰ ਹੈ। ਤੇ ਮੈਂ ਉਸ ਦਿਨ ਤੋਂ ਫਿਰ ਰਾਤ ਨੂੰ ਵਾਪਸ ਪਹੁੰਚ ਗਿਆ ਟੈਕਸੀ ਕਰਕੇ ਤੇ ਇੱਥੇ ਆ ਕੇ ਮੈਂ ਫਿਰ ਦਿਖਾਇਆ ਤਾਂ ਉਹਨਾਂ ਨੇ ਉਹ ਜਿਹੜਾ ਪਲਾਸਟਰ ਕੀਤਾ ਹੋਇਆ ਸੀ ਉਹ ਮਤਲਬ ਉਤਾਰਤਾ। ਮੈਂ ਕਈ ਵਾਰੀ ਸੋਚਦਾ ਚਲੋ ਵੀ ਉਹ ਹੋਇਆ ਨਾ ਜੇ ਮੈਂ ਪਲਸਤਰ ਨਾਲ ਚਲਾਉਂਦਾ ਤਾਂ ਉਹ ਟੇਢੀ ਮੇਢੀ ਪੱਕੀ ਜੁੜ ਜਾਣੀ ਸੀ ਕਿਉਂਕਿ ਬੜਾ ਵਧੀਆ ਉਹਨਾਂ ਨੇ ਉਹਦੀ ਅਨਾਇਜ਼ਮੈਂਟ ਕੀਤੀ ਹੋਈ ਸੀਗੀ, ਮੈਂ ਐਕਸਰੇ 'ਚ ਦੇਖਿਆ। ਪਰ ਚਲੋ ਇੱਥੇ ਕਰਤਾ ਤੇ ਉਹ ਜਦੋਂ ਮਤਲਬ ਕਿ ਉਹ ਮੈਨੇਜ ਕਰਨ ਲੱਗੇ ਸੀਗੇ ਉਹ ਮੈਨੇਜਮੈਂਟ ਉਹਨਾਂ ਤੋਂ ਠੀਕ ਨਹੀਂ ਹੋਈ। ਵਾਇਰਿੰਗ ਕਰਨੀ ਚਾਹੀਦੀ ਸੀ, ਮੈਂ ਸੋਚਦਾ ਵਾਇਰ ਕਰਨੀ ਚਾਹੀਦੀ ਸੀ, ਉਹਨਾਂ ਨੇ ਪਲੇਟਿੰਗ ਕਰ ਲਈ। ਤੇ ਦੂਜੀ ਜਿਹੜੀ ਗੱਲ ਡਾਇਬਟੀਜ਼ ਨਾਲ ਜੁੜਦੀ ਹੋਈ ਸੀਗੀ ਕਿ ਪਹਿਲਾਂ ਹੀ ਸਾਰੀ ਬੋਡੀ ਦੀ ਜਿਹੜੀ ਬਲੱਡ ਸਪਲਾਈ ਹੈਗੀ ਉਹ ਕੰਪਰੋਮਾਈਜ਼ ਹੈਗੀ ਹੈ, ਘੱਟ ਹੈਗੀ ਹੈ ਕਿਉਂਕਿ ਡਾਇਬਟੀਜ਼ ਦਾ ਇੱਕ ਸਾਈਡ ਇਫੈਕਟ ਹੈਗਾ ਕਿ ਤੁਹਾਡੀ ਜਿਹੜੀ ਆਰਟਰੀਜ਼ ਨੇ ਨਾ ਉਹ ਹੌਲੀ ਹੌਲੀ ਭੀੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਉਸ ਤੋਂ ਤੱਕ ਨਹੀਂ ਸੀਗਾ ਕਿਉਂਕਿ ਮੈਂ ਬਾਕੀ ਮੈਨੂੰ ਕਿਤੇ ਵੀ ਉਹਨਾਂ ਮਹਿਸੂਸ ਨਹੀਂ ਹੋਇਆ। ਮੈਂ ਜਦੋਂ ਪਹਿਲਾ ਅਟੈਕ ਬੰਦੇ ਨੂੰ ਡਾਇਬਟੀਜ਼ ਵਾਲੇ ਨੂੰ ਹਾਰਟ ਦਾ ਆਉਂਦਾ ਹੈਗਾ ਨਾ ਕਿਉਂਕਿ ਉਹ ਆਰਟਰੀਜ਼ ਦੀਆਂ ਸੁੰਗੜ ਜਾਂਦੀ ਹੈਗੀ। ਪਰ ਉਹ ਕਿਉਂਕਿ ਮੈਂ ਆਪਣੇ ਆਪ ਨੂੰ ਐਕਟਿਵ ਰੱਖਿਆ ਹੋਇਆ ਸੀਗਾ ਤੇ ਉਸ ਕਰਕੇ ਤੇ ਹਾਰਟ ਦੀ ਮੈਂ ਇੱਕੋ ਵੀ ਕਰਾਉਂਦਾ ਰਹਿੰਦਾ ਤੇ ਉਹ ਮਤਲਬ ਉਹ ਠੀਕ ਹੈਗਾ। ਪਰ ਜੋ ਉਹ ਇੱਕ ਸੀਗਾ ਮਤਲਬ ਕਿ ਉਹਨੇ ਮਤਲਬ ਕਿ ਜਿਹੜਾ ਸੀਗਾ ਉਹ ਮੈਨੇਜਮੈਂਟ ਜਿਹੜੀ ਕੀਤੀ ਸੀ ਉਹ ਠੀਕ ਨਹੀਂ ਹੋਈ। ਕਈ ਕੁਛ ਬਾਅਦ ਵਿੱਚ ਕਰਨਾ ਪਿਆ ਤੇ ਇੱਕ ਦਿਨ ਮਤਲਬ ਕਿ ਮੈਨੂੰ ਹੋਰ ਪਤਾ ਲੱਗਿਆ ਵੀ ਹਸਪਤਾਲ 'ਚ ਵੀ ਇਹ ਬਲੱਡ ਸਪਲਾਈ ਨਹੀਂ ਵਧਾ ਦੇਣਗੇ ਤੇ ਲੱਤਾਂ ਦੋਵੇਂ ਜੋੜਨੀਆਂ ਪੈਣਗੀਆਂ ਤੇ ਲੱਤਾਂ ਉਹ ਉਸ ਤੱਕ ਮੈਂ 2 ਮਹੀਨੇ ਹੋ ਚੁੱਕੇ ਸੀਗੇ ਤੇ ਫਿਰ ਇਸ ਪ੍ਰੋਸੀਜਰ ਨੂੰ 2 ਮਹੀਨੇ ਹੋਰ ਲੱਗਣੇ ਸੀ। ਅੱਛਾ। ਤੇ ਉਹ ਵੀ ਇਸ ਤਰ੍ਹਾਂ ਦਾ ਬੜਾ ਜਿਸ ਤਰ੍ਹਾਂ ਦਾ ਸਮਝਾਇਆ ਤਾਂ ਬੜਾ ਅਜੀਬ ਜਿਹਾ ਪ੍ਰੋਸੀਜਰ ਸੀ ਵੀ ਦੋਵੇਂ ਲੱਤਾਂ ਨੂੰ ਜੋੜਾਂਗੇ, ਹਿੱਲਣਾ ਨਹੀਂ, ਇੱਧਰ ਦੀ ਬਲੱਡ ਸਪਲਾਈ ਦੂਜੀ ਬਲੱਡ ਸਪਲਾਈ ਨੂੰ ਆਪਾਂ ਜੋੜ ਜਾਵਾਂਗੇ ਤੇ ਇਸ ਤਰ੍ਹਾਂ ਦਾ ਨਵਾਂ ਇੱਕ ਤਰੀਕਾ ਸੀ। ਮੈਂ ਉਹਨੂੰ ਕਹਿ ਦਿੱਤਾ ਵੀ ਚਲੋ ਕਰੋ ਸ਼ੁਰੂ। ਇੱਕ ਸਟੈਪ ਉਹਨਾਂ ਨੇ ਕੀਤਾ ਵੀ, ਪਰ ਜਦੋਂ ਉਹ ਸਟੈਪ ਕਰ ਰਹੇ ਸੀਗੇ ਜਿਹੜਾ ਜ਼ਖਮ ਹੋਇਆ ਸੀਗਾ ਜਿਹੜਾ ਮਤਲਬ ਕਿ ਮਿਸਮੈਨੇਜ ਹੋਇਆ ਸੀਗਾ ਉਹ ਕਾਫੀ ਖਰਾਬ ਹੋ ਚੁੱਕਾ ਸੀਗਾ ਤੇ ਉਹ ਦੋਵੇਂ ਡਾਕਟਰ ਆਪਸ ਵਿੱਚ ਗੱਲਾਂ ਕਰ ਰਹੇ, 2 ਜਣੇ ਕਰ ਰਹੇ ਸੀਗੇ। ਦਾ ਪਹਿਲਾ ਸਟੈਪ ਉਹਨੂੰ ਜੋੜਨ ਦਾ ਉਹ ਕਹਿੰਦੇ ਕਿ ਜਿਹੜਾ ਜ਼ਖਮ ਹੈ ਨਾ ਇੱਕ ਕੰਪਰੋਮਾਈਜ਼ ਹੈਗਾ ਤੇ ਬੜਾ ਪ੍ਰੋਮਿਸਿੰਗ ਨਹੀਂ ਹੈਗਾ ਵੀ ਆਪਾਂ ਨੂੰ ਪਤਾ ਨਹੀਂ ਵੀ ਆਪਾਂ ਜਿਹੜਾ ਸੈਕੰਡ ਸਟੈਪ ਲੈਣਾ ਹੈਗਾ ਵੀ ਉਹ ਵਰਕ ਕਰੂਗਾ ਕਿ ਨਹੀਂ ਕਰੂਗਾ। ਤੇ ਚਲੋ ਮੈਂ ਸੁਣ ਰਿਹਾ ਸੀਗਾ ਤੇ ਕਿਉਂਕਿ ਉਹ ਰੱਸੀ ਜਾਂ ਥੱਲੇ ਲੋਅਰ ਹਿੱਸੇ ਦਾ ਹੈਗਾ ਸੀਗਾ ਤੇ ਫਿਰ ਜਦੋਂ ਮੈਂ ਮਤਲਬ ਕਿ ਕਰਵਾ ਕੇ ਗਿਆ ਤੇ ਫਿਰ ਮੈਂ ਅਗਲੇ ਦਿਨ ਸਵੇਰੇ 8 ਸਾਲ ਹੋਇਆ ਤੇ ਵੀ ਮੈਂ ਕਿਹਾ ਵੀ ਤੁਸੀਂ ਕੱਲ ਕਹਿ ਰਹੇ ਸੀਗੇ ਮੈਂ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਤੁਸੀਂ ਕਰ ਲਓ। ਅੱਛਾ। ਹਾਂ ਤੇ ਮੈਂ ਕਿਹਾ ਵੀ ਕੋਈ ਨਹੀਂ ਮੈਂ ਮੈਨੇਜ ਕਰ ਲੂੰਗਾ, ਐਡੀ ਕੋਈ ਗੱਲ ਨਹੀਂ। ਅੱਜ ਕੱਲ੍ਹ ਬੜੇ ਵਧੀਆ ਮਤਲਬ ਕਿ ਆਪ ਹੈਗੇ ਨੇ ਪ੍ਰੋਥੀਸਿਸ ਬਣ ਜਾਂਦੇ ਹੈਗੇ ਨੇ ਤੇ ਮੈਂ ਕੋਈ ਨਹੀਂ। ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਜੇ ਤੁਸੀਂ ਕਹਿ ਰਹੇ ਹੋ ਤਾਂ ਮੈਂ ਕਿਹਾ ਵੀ ਨਾਲੇ ਮੈਂ 2-2.5 ਮਿੰਟ ਸਹੀ ਮੈंने ਕਿਹਾ ਕਿ ਵੀ ਮੈਂ ਰੋਜ਼ ਬਾਹਰ ਐਕਟੀਵਿਟੀਜ਼ ਜਾਣ ਵਾਲਾ ਨਿਕਲਣ ਵਾਲਾ ਮੈਨੂੰ ਬੜਾ ਉਹ ਲੱਗ ਰਿਹਾ ਸੀ ਕਿ ਮੈਂ ਕਿੱਥੇ ਆ ਕੇ ਫਸ ਗਿਆ ਕਿੱਥੇ ਨਹੀਂ ਤੇ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗੂਗਾ। ਉਹਨਾਂ ਨੇ ਫਿਰ ਕਿਉਂਕਿ ਡਾਕਟਰ ਸਾਹਿਬ ਅਸੀਂ ਜਦੋਂ ਤੁਹਾਨੂੰ ਮਿਲੇ ਦਾਖਲ ਹੋਏ ਘਰ ਦੇ ਵਿੱਚ ਸਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਹਾਂਜੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਲੱਤ ਨੂੰ ਲੈ ਕੇ ਕਿਉਂਕਿ ਜ਼ਿੰਦਗੀ ਦੇ ਵਿੱਚ ਬੁਲੰਦ ਹੌਸਲਾ ਜਿਹੜਾ ਜ਼ਰੂਰੀ ਉਹਦੇ ਨਾਲ ਜ਼ਿੰਦਗੀ ਤੁਸੀਂ ਜੀ ਰਹੇ ਹੋ ਔਰ ਇਸ ਹੌਸਲੇ ਦੇ ਵਿੱਚ ਤੁਸੀਂ 2 ਬੰਦੇ ਦਾ ਜ਼ਿਕਰ ਕੀਤਾ ਕਾਰਲ ਮਾਰਕਸ ਦਾ ਤੇ ਤੁਹਾਡੇ ਜੀਵਨ ਸਾਥੀਆਂ ਦਾ ਤੇ ਅਸੀਂ ਚਾਹਾਂਗੇ ਕਿ ਅਸੀਂ ਉਹਨਾਂ ਨਾਲ ਵੀ ਕੁਝ ਗੱਲਾਂ ਬਾਤਾਂ ਜ਼ਰੂਰ ਕਰੀਏ ਕਿ ਉਹਨਾਂ ਨੂੰ ਅੱਜ ਕਿਵੇਂ ਮਹਿਸੂਸ ਹੁੰਦਾ ਕਿ ਉਦੋਂ ਜੇ ਉਹ ਤੁਹਾਡੀ ਗੱਲ ਮੰਨ ਲੈਂਦੇ ਤਾਂ ਸ਼ਾਇਦ ਤੁਸੀਂ ਕਿਸੇ ਹੋਰ ਨਾਲ ਜੁੜ ਜਾਂਦੇ ਪਰ ਉਹ ਨਹੀਂ ਜੁੜ ਪਾਉਂਦੇ ਕਿਸੇ ਨਾਲ ਤੇ ਅੱਜ ਕਿੱਦਾਂ ਦਾ ਮਹਿਸੂਸ ਕਰਦੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਬੜਾ ਮਿਲਦੇ ਹਾਂ। ਸੋ ਡਾਕਟਰ ਸਾਹਿਬ ਦੇ ਜੀਵਨ ਸਾਥੀਆਂ ਜਿਨ੍ਹਾਂ ਬਾਰੇ ਉਹਨਾਂ ਨੇ ਗੱਲ ਵੀ ਕੀਤੀ ਹੈ ਗੱਲਬਾਤ ਦੇ ਦੌਰਾਨ ਊਸ਼ਾ ਦੀਪਤੀ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਊਸ਼ਾ ਜੀ ਸਵਾਗਤ ਕਰਦੇ ਹਾਂ ਜੀ ਚੈਨਲ ਤੇ। ਹਸਪੀਟਲ ਦੇ ਵਿੱਚ ਕਲੈਰੀਕਲ ਜੌਬ ਦੇ ਉੱਤੇ ਸੀ ਜਿੱਥੇ ਕਿ ਸਾਡਾ ਮੇਲ ਹੋਇਆ। ਅਕਸਰ ਹੀ ਆਪਣੀਆਂ ਮੀਟਿੰਗ ਦੇ ਸੰਬੰਧ ਵਿੱਚ ਹਸਪੀਟਲ ਆਉਂਦੇ ਹੁੰਦੇ ਸੀ, ਮੰਥਲੀ ਮੀਟਿੰਗ ਡਾਕਟਰਸ ਦੀ ਹੁੰਦੀ ਸੀ। ਉਸ ਦੌਰਾਨ ਅਸੀਂ ਸ਼ੁਰੂਆਤ ਦੇ ਵਿੱਚ ਚਾਹ ਪੀਣ ਦੇ ਬਹਾਨੇ ਨਾਲ ਬੈਠੇ ਰਹਿੰਦੇ, ਆਪਸੀ ਗੱਲਾਂ ਬਾਤਾਂ ਹੁੰਦੀਆਂ। ਈਵਨ ਕੁਝ ਟਾਈਮ ਦੇ ਵਿੱਚ ਇਹਨਾਂ ਨੇ ਆਪਣੀ ਕੋਈ ਕਹਾਣੀ ਜਾਂ ਕਵਿਤਾ ਮੈਨੂੰ ਟਾਈਪ ਕਰਨ ਦੇ ਲਈ ਦੇ ਦੇਣੀ ਜਿਸ ਦੇ ਨਾਲ ਵੀ ਬਾਕੀ ਆਫਿਸ ਦੇ ਨੂੰ ਇਹ ਨਾ ਲੱਗੇ ਕਿ ਦੋਨੋਂ ਆਪਸ ਵਿੱਚ ਕੀ ਕਾਫੀ ਦੇਰ ਤੋਂ ਬੈਠੇ ਨੇ ਨਵੇਂ ਅਣਜਾਣ ਹੈ ਕਿਉਂਕਿ ਮੈਂ ਉਸ ਆਫਿਸ 'ਚ ਜੇ ਨਵੀਂ ਸੀ ਬਾਕੀ ਸਟਾਫ ਕਾਫੀ ਪੁਰਾਣਾ ਸੀ ਤੇ ਇਸ ਤਰ੍ਹਾਂ ਯਾਨੀ ਸਾਨੂੰ ਹੋ ਗਿਆ ਲੰਮਾ ਸਮਾਂ ਮਿਲਦਿਆਂ ਤੇ ਇਸ ਤਰ੍ਹਾਂ ਮੈਂ ਇੱਕ ਦਿਨ ਗੱਲ ਕੀਤੀ ਕਿ ਇਸ ਤਰ੍ਹਾਂ ਮੈਂ
ਮੇਰੇ ਰਿਸ਼ਤੇ ਬਾਰੇ ਗੱਲ ਚੱਲ ਰਹੀ ਹੈ ਘਰ ਵਿੱਚ, ਜਿਸ ਨੂੰ ਕਿ ਮੈਂ ਪਸੰਦ ਨਹੀਂ ਕਰਦੀ ਤੇ ਮੈਂ ਤੁਹਾਨੂੰ ਪਸੰਦ ਕਰਦੀ ਹਾਂ। ਫਿਰ ਮੈਨੂੰ ਇਹਨਾਂ ਨੇ ਗੱਲ ਕੀਤੀ ਕਿ ਮੈਂ ਡਾਇਬਟਿਕ ਦਾ ਪੇਸ਼ੈਂਟ ਹਾਂ, ਇਹ ਸੋਚ ਸਮਝ ਲੈ। ਤੇ ਜਦੋਂ ਕਿ ਉਦੋਂ ਤੱਕ ਮੈਨੂੰ ਇਹ ਸੀ ਕਿ ਮੈਨੂੰ ਡਾਇਬਟਿਕ ਹੈ ਤਾਂ ਕੱਲ ਨੂੰ ਕਿਸੇ ਨੂੰ ਵੀ ਕੁਝ ਵੀ ਟਾਈਮ ਤੋਂ ਪਹਿਲੇ ਹੋ ਸਕਦਾ ਹੈ। ਜਦੋਂ ਮੈਂ ਤੁਹਾਨੂੰ ਚਾਹਣ ਲੱਗ ਗਿਆ ਤਾਂ ਮੈਨੂੰ ਇਹ ਚੀਜ਼ ਵੀ ਐਕਸੈਪਟ ਹੈ ਕਿ ਡਾਇਬਟਿਕ ਹੈ, ਤਾਂ ਕੱਲ ਨੂੰ ਇਸ ਦੇ ਕੰਪੈਰੀਟਿਵਲੀ ਫਿਰ ਮੈਂ ਕਿਹਾ ਕਿ ਮੈਨੂੰ ਵੀ ਕੁਝ ਹੋ ਸਕਦਾ ਬਿਫੋਰ ਮੈਰਿਜ ਵੀ ਆਫਟਰ ਮੈਰਿਜ ਵੀ। ਸੋ ਇਸ ਤਰ੍ਹਾਂ ਸਬੱਬ ਬਣਿਆ ਕਿ ਅਸੀਂ ਇਕੱਠੇ ਮਿਲਦੇ ਚਲੇ ਗਏ ਹਾਂ ਤੇ ਅੱਜ ਤੱਕ ਸਾਡੀ ਵਧੀਆ ਲਾਈਫ ਚੱਲ ਰਹੀ ਹੈ। 2 ਬੱਚੇ ਨੇ, ਦੋਨੋਂ ਆਪਣੇ ਵਧੀਆ ਸੈਟਲਡ ਹੈ ਤੇ ਹੁਣ ਵੀ ਅਸੀਂ ਆਪਣੀ ਜ਼ਿੰਦਗੀ ਬੜੀ ਵਧੀਆ ਚਲਾ ਰਹੇ ਹਾਂ।